ਕੀ ਇਹਨਾਂ ਦੀਆਂ ਗੱਲਾਂ ਕਰੀਏ, ਕਿੱਥੇ ਇਸ ਵੇਲੇ ਦੁਨੀਆ ਪਹੁੰਚ ਗਈ ਆ, 21ਵੀਂ ਸਦੀ 'ਚ ਅਸੀਂ ਜੀ ਰਹੇ ਆ। ਇਹਨਾਂ ਲੋਕਾਂ ਦੀ ਤਾਂ ਕਈ ਵਾਰੀ ਗੱਲ ਕਰਦਿਆਂ ਨੂੰ ਵੀ ਸਾਨੂੰ ਹਾਸਾ ਆਉਂਦਾ ਇਹਨਾਂ ਲੋਕਾਂ ਤੇ, ਹਨਾ। ਸਾਧਵੀ ਪ੍ਰਗਿਆ ਦਾ ਤੁਸੀਂ ਦੇਖਦੇ ਹੋ ਕੋਈ ਭੋਪਾਲ ਤੋਂ MP ਨੇ, ਹਨਾ। ਉਹਨਾਂ ਦਾ ਤੁਸੀਂ ਬਿਆਨ ਸੁਣ ਕੇ ਪੜ੍ਹ ਕੇ ਦੇਖੋ, ਤੁਸੀਂ ਆਪ ਮੱਥੇ ਤੇ ਹੱਥ ਮਾਰਦੇ ਵੀ ਕੀ ਇਹਨਾਂ ਲੋਕਾਂ ਨੂੰ ਅਸੀਂ ਦੇਸ਼ ਦੀ ਬਾਗਡੋਰ ਫੜਾਈ ਹੋਈ ਆ। ਅਸੀਂ ਤਾਂ ਹਵਾਈ ਜਹਾਜ਼ਾਂ ਦੇ ਵਿੱਚ ਆਕਸੀਜਨ ਲਿਆ ਰਹੇ ਆ, ਫਿਰ ਲੋਕਾਂ ਨੂੰ ਆਣ ਕੇ ਸਾਧਵੀ ਪ੍ਰਗਿਆ ਨੂੰ ਹਸਪਤਾਲਾਂ ਦੇ ਵਿੱਚੋਂ ਛੁੱਟੀ ਕਰਵਾ ਦੇਣੀ ਚਾਹੀਦੀ ਆ। ਤੇ ਫਿਰ ਕੀ ਲੋੜ ਇੰਨੇ ਧਾਮ-ਧਾਮ ਕਰਨ ਦੀ? ਤੇ ਫਿਰ ਤਾਂ ਮੇਰਾ ਖਿਆਲ ਆ ਵੀ ਇਹਨਾਂ ਨੂੰ ਜਿਹੜੇ ਆਕਸੀਜਨ ਦੇ ਟਰੱਕ ਨਹੀਂ, ਇਹ ਤਾਂ ਫਿਰ ਗਊ ਮੂਤਰ ਦੇ ਟਰੱਕ ਹੀ ਪੂਰੇ ਭਾਰਤ ਵਿੱਚ ਵੰਡ ਦੇਣੇ ਚਾਹੀਦੇ ਆ। ਕੈਪਟਨ ਸੰਦੀਪ ਸੰਧੂ ਨੇ ਰਾਤ ਨੂੰ ਫੋਨ ਕਰਕੇ ਪ੍ਰਗਟ ਸਿੰਘ MLA ਨੂੰ ਧਮਕਾਇਆ ਆ। ਮੀਡੀਆ ਦੇ ਵਿੱਚ ਉਹਨੇ ਪ੍ਰੈਸ ਕਾਨਫਰੰਸ ਕੀਤੀ ਆ। ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਰੋਨਾ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਤੋਂ ਇਲਾਵਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਵੇਲੇ ਕੀ ਉਥਲ-ਪੁਥਲ ਮਚ ਰਹੀ ਹੈ, ਇਹਦੇ ਬਾਰੇ ਵੀ ਆਪਣੇ ਮਾਹਿਰ ਮਹਿਮਾਨ ਦੇ ਵਿਚਾਰ ਜਾਣਾਂਗੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁੱਦਿਆਂ ਤੇ ਗੱਲਬਾਤ ਕਰਾਂਗੇ। ਇਸ ਵੇਲੇ ਮੇਰੇ ਨਾਲ ਸਾਡੇ ਮਾਹਿਰ ਮਹਿਮਾਨ ਜੁੜ ਚੁੱਕੇ ਨੇ, ਸਰਦਾਰ ਗੁਰਨਾਮ ਸਿੰਘ ਬਿਲਗਾ ਜੀ। ਸਤਿ ਸ਼੍ਰੀ ਅਕਾਲ ਗੁਰਨਾਮ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ ਸਵਲੀਨ ਜੀ, ਤੁਹਾਨੂੰ ਤੇ ਸਾਰੇ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕਾਂ ਨੂੰ। ਬਿਲਗਾ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦਰਸ਼ਕਾਂ ਨੂੰ ਕਰੋਨਾ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾ ਦਈਏ। ਹਾਂਜੀ ਸਵਲੀਨ ਜੀ, ਗੱਲ ਇਸ ਤਰ੍ਹਾਂ ਆ ਕਿ ਸ਼ਾਇਦ ਹੀ ਇਸ ਵੇਲੇ ਕੋਈ ਇਸ ਤਰ੍ਹਾਂ ਦਾ ਅਖਬਾਰ ਜਾਂ ਨਿਊਜ਼ਪੇਪਰ ਜਾਂ ਕੋਈ ਚੈਨਲ ਹੋਵੇ ਜਿਹੜਾ ਇਸ ਵੇਲੇ ਕੋਵਿਡ ਦੇ ਸੰਬੰਧ ਦੇ ਵਿੱਚ ਪਿਛਲੇ ਸਾਲ 1.5 ਸਾਲ ਤੋਂ ਗੱਲਬਾਤ ਨਾ ਕਰਦਾ ਹੋਵੇ। ਆਪਾਂ ਵੀ ਦੇਖਦੇ ਹਾਂ ਕਿ ਪਿਛਲਾ ਹਫ਼ਤਾ ਜਿਹੜਾ ਸੀ ਉਹ ਬਹੁਤ ਜ਼ਿਆਦਾ ਭਾਰਤ ਦੇ ਲੋਕਾਂ ਤੇ ਭਿਆਨਕ ਸੀ। ਪਰ ਪਿਛਲੇ 2-4 ਦਿਨ ਦੇ ਵਿੱਚ ਕੁਝ ਏਦਾਂ ਦੀਆਂ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ, ਜਾਂ ਖਬਰਾਂ ਕਹਿ ਸਕਦੇ ਆਉਣੀਆਂ ਸ਼ੁਰੂ ਹੋਈਆਂ, ਜਿਹਦੇ ਨਾਲ ਜਿਹੜੇ ਅੰਕੜੇ ਇਸ ਵੇਲੇ ਆ ਉਹ ਗਿਰਾਵਟ ਵੱਲ ਨੂੰ ਦਿਸ ਰਹੇ ਆ, ਚਾਹੇ ਉਹ ਮੌਤਾਂ ਦਾ ਅੰਕੜਾ ਹੋਵੇ ਤੇ ਚਾਹੇ ਨਵੇਂ ਕੇਸਾਂ ਦਾ ਅੰਕੜਾ ਹੋਵੇ। ਹੁਣ ਇਹ ਅੰਕੜਿਆਂ ਤੇ ਕਿੰਨਾ ਕੁ ਆਪਾਂ ਵਿਸ਼ਵਾਸ ਕਰ ਸਕਦੇ ਆ, ਕਿੰਨਾ ਕੁ ਯਕੀਨ ਕਰ ਸਕਦੇ ਆ, ਇਹ ਤਾਂ ਹਜੇ ਕੋਈ ਇਸ ਗੱਲ ਤੇ ਕਿਹਾ ਨਹੀਂ ਜਾ ਸਕਦਾ, ਕਿਉਂਕਿ ਜਿਹੜੇ ਨਵੇਂ ਕੇਸ ਆਉਂਦੇ ਆ ਤੇ ਉਹਨਾਂ ਲਈ ਇਹ ਗੱਲ ਮੰਨੀ ਜਾਂਦੀ ਹੈ ਕਿ ਜਦੋਂ ਬਹੁਤ ਵੱਧ ਤੋਂ ਵੱਧ ਟੈਸਟ ਜ਼ਿਆਦਾ ਹੁੰਦੇ ਆ ਤੇ ਉਦੋਂ ਉਹਨਾਂ ਦੀ ਕੇਸਾਂ ਦੀ ਗਿਣਤੀ ਵੀ ਨਵਿਆਂ ਦੀ ਜ਼ਿਆਦਾ ਆਉਂਦੀ ਹੈ। ਹੁਣ ਜੇ ਇਹ ਅੰਕੜੇ ਘੱਟ ਆ ਰਹੇ ਤੇ ਇਹਦਾ ਕਾਰਨ ਇਹ ਵੀ ਹੋ ਸਕਦਾ ਕਿ ਟੈਸਟ ਹੀ ਸਰਕਾਰ ਨੇ ਘੱਟ ਕੀਤੇ ਹੁਣ ਇਹਨਾਂ ਦਿਨਾਂ ਦੇ ਵਿੱਚ। ਹੁਣ ਇਹ ਚੀਜ਼ ਨੂੰ ਹਜੇ ਵੀ ਗੰਭੀਰਤਾ ਦੇ ਨਾਲ ਨਹੀਂ ਲਿਆ ਜਾਂਦਾ ਕਿ ਪਿਛਲੇ ਦਿਨੀ ਕੁਝ ਏਦਾਂ ਦੀਆਂ ਰਿਪੋਰਟਾਂ ਵੀ ਆਈਆਂ ਸੀ ਜਿਹੜੀ ਮੌਤਾਂ ਦੀ ਗਿਣਤੀ 10,000 ਤੋਂ ਉੱਪਰ ਦੀ ਸੀਗੀ, ਪਰ ਅਖਬਾਰਾਂ ਵਿੱਚ ਜਾਂ ਚੈਨਲਾਂ ਤੇ ਤਕਰੀਬਨ 3,500-4,000 ਦੀ ਭਾਰਤ ਦੀ ਗਿਣਤੀ ਦਿਖਾਈ ਜਾ ਰਹੀ ਸੀ। ਗੰਭੀਰਤਾ ਨਾਲ ਲੋਕ ਜਾਂ ਮੀਡੀਆ ਕਿਵੇਂ ਲਵੇ, ਕਿਉਂਕਿ ਸਰਕਾਰਾਂ ਜਾਂ ਵੱਡੇ ਲੀਡਰਾਂ ਨੇ ਸ਼ੁਰੂਆਤੀ ਦੌਰ ਵਿੱਚ ਹੀ ਆਪ ਖੁਦ ਇਸ ਬਿਮਾਰੀ ਨੂੰ ਜਾਂ ਇਸ ਮਹਾਂਮਾਰੀ ਨੂੰ ਗੰਭੀਰਤਾ ਨਾਲ ਨਹੀਂ ਸੀ ਲਿਆ। ਆਪਾਂ ਦੁਨੀਆ ਦੀ ਜਿਹੜੀ ਟੌਪ ਦੀ ਤਾਕਤ ਹੈ, ਜਿਹੜੀ ਦੁਨੀਆ ਦੀ ਸ਼ਕਤੀ ਆ, ਆਪਾਂ ਅਮਰੀਕਾ ਦੀ ਗੱਲ ਕਰੀਏ ਤੇ ਡੋਨਾਲਡ ਟਰੰਪ ਕੋਵਿਡ-19 ਦੇ ਸਮੇਂ ਜਦੋਂ ਸ਼ੁਰੂਆਤੀ ਦੌਰ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਸਨ, ਉਹਨਾਂ ਨੇ ਵੀ ਇਸ ਬਿਮਾਰੀ ਨੂੰ ਪਹਿਲਾਂ ਬਹੁਤ ਜ਼ਿਆਦਾ ਗੰਭੀਰਤਾ ਨਾਲ ਨਹੀਂ ਸੀ ਲਿਆ। ਉਹ ਮਜ਼ਾਕੀਆ ਲਹਿਜੇ ਨਾਲ ਹੀ ਇਸ ਬਿਮਾਰੀ ਨੂੰ ਲੈਂਦੇ ਸੀਗੇ, ਪਰ ਦੇਖਦੇ ਸੀ ਕਿ ਜਦੋਂ ਖੁਦ ਆਪ ਪੋਜ਼ਿਟਿਵ ਹੋਇਆ, ਆਪ ਪੋਜ਼ਿਟਿਵ ਹੋਣ ਤੋਂ ਬਾਅਦ ਫਿਰ ਉਹਨੂੰ ਪਤਾ ਲੱਗਾ ਵੀ ਇਹ ਮਹਾਂਮਾਰੀ ਨਾਂ ਦੀ ਕੋਈ ਚੀਜ਼ ਹੈਗੀ ਆ। ਉਸ ਤੋਂ ਬਾਅਦ ਫਿਰ ਗੰਭੀਰ ਵੀ ਹੋਇਆ। ਸਭ ਤੋਂ ਵੱਧ ਅਮਰੀਕਾ ਦੇ ਵਿੱਚ ਉਸ ਸਮੇਂ ਦੇ ਵਿੱਚ ਜਿਹੜੇ ਓਵਰ ਏਜ ਲੋਕ ਸੀਗੇ ਉਹਨਾਂ ਦੀਆਂ ਮੌਤਾਂ ਵੀ ਬਹੁਤ ਹੋਈਆਂ। ਪਰ ਉਸ ਵੇਲੇ ਸਮਾਂ ਜਿਹੜਾ ਸੀ ਉਹ ਲੰਘ ਚੁੱਕਾ ਸੀਗਾ। ਸਮਾਂ ਲੰਘਣ ਤੋਂ ਬਾਅਦ ਫਿਰ ਕਹਿੰਦੇ ਹੁਣ ਆਪਣੀ ਸੱਤਾ ਵੀ ਗਵਾਈ। ਸੱਤਾ ਗਵਾਉਣ ਤੋਂ ਬਾਅਦ ਫਿਰ ਉਹਨੂੰ ਕਹਿੰਦੇ ਹੁੰਦੇ ਪੰਜਾਬੀ ਦੇ ਵਿੱਚ ਵੀ ਅਕਲ ਆਈ। ਪਰ ਉਸ ਵੇਲੇ ਤੱਕ ਦਾ ਸਮਾਂ ਜਿਹੜਾ ਸੀ ਬਹੁਤ ਵੱਡੇ ਪੱਧਰ ਤੇ ਬੀਤ ਚੁੱਕਾ ਹੈ। ਇਸ ਤਰ੍ਹਾਂ ਆਪਾਂ ਜੇ ਬ੍ਰਾਜ਼ੀਲ ਦੀ ਗੱਲ ਕਰੀਏ, ਜੇ ਬ੍ਰਾਜ਼ੀਲ ਦੇ ਵਿੱਚ ਵੀ ਬੋਲਸੋਨਾਰੋ ਜਿਹੜਾ ਉੱਥੇ ਦਾ ਰਾਸ਼ਟਰਪਤੀ ਸੀ, ਉਹਨੇ ਵੀ ਪਹਿਲਾਂ ਗੰਭੀਰਤਾ ਦੇ ਨਾਲ ਨਹੀਂ ਸੀ ਲਿਆ। ਜਦੋਂ ਬਹੁਤ ਵੱਡੇ ਨੁਕਸਾਨ ਹੋਏ ਉਸ ਤੋਂ ਬਾਅਦ ਹੀ ਇਸ ਚੀਜ਼ ਨੂੰ ਦੇਖਿਆ ਸੋਚਿਆ ਗਿਆ। ਅਮਰੀਕਾ ਦੇ ਵਿੱਚ ਬੋਰਿਸ ਜੌਨਸਨ ਪਹਿਲਾਂ ਉਹ ਗੰਭੀਰ ਨਹੀਂ ਸੀਗੇ, ਪਰ ਜਦੋਂ ਫਿਰ ਇਸ ਬਿਮਾਰੀ ਦੀ ਲਪੇਟ ਦੇ ਵਿੱਚ ਜਦੋਂ ਸਾਰਾ ਸੰਸਾਰ ਆਉਣਾ ਸ਼ੁਰੂ ਹੋਇਆ ਤਾਂ ਫਿਰ ਸਾਰੇ ਗੰਭੀਰ ਹੋਏ। ਇਹ ਸੀਗੀਆਂ 2019 ਦੇ ਨੇੜੇ ਤੇੜੇ ਦੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਕੀਤੀਆਂ। ਆਪਾਂ ਹੁਣ ਆਈਏ ਆਪਣੇ ਦੇਸ਼ ਤੇ। ਆਪਣੇ ਦੇਸ਼ ਤੇ ਜਦੋਂ ਆਉਂਦੇ ਆ ਤਾਂ ਆਪਣੇ ਪ੍ਰਧਾਨ ਮੰਤਰੀ ਮੋਦੀ ਜੀ, ਜਿਸ ਵੇਲੇ WHO ਨੇ 12 ਮਾਰਚ ਨੂੰ ਇਹ ਗੱਲ ਡਿਕਲੇਅਰ ਕਰ ਦਿੱਤੀ ਸੀ ਕਿ ਇਹ ਵੱਡੀ ਪੈਂਡੈਮਿਕ, ਇਹ ਬਿਮਾਰੀ ਮਹਾਂਮਾਰੀ ਹੈਗੀ ਆ, ਵੀ ਇਹਨੂੰ ਕਲੀਅਰ ਗੱਲ ਆ ਵੀ ਇਹ ਬਿਮਾਰੀ ਜਿਹੜੀ ਆ ਵਿਸ਼ਵ ਪੱਧਰ ਤੇ ਫੈਲੂਗੀ। ਪਰ ਉਸ ਵੇਲੇ 12 ਮਾਰਚ ਦਾ 2020 ਦਾ ਜਦੋਂ ਸਮਾਂ ਯਾਦ ਕਰਦੇ ਆ ਤੇ ਉਸ ਵੇਲੇ ਜਿਹੜੀ ਸਾਡੀ ਮੋਦੀ ਸਰਕਾਰ ਸੀ, ਜਾਂ ਕਹਿ ਦਈਏ RSS ਸੀ ਜਾਂ BJP ਸੀ, ਉਸ ਵੇਲੇ ਤਾਂ
ਮੱਧ ਪ੍ਰਦੇਸ਼ ਦੇ ਵਿੱਚ ਜਿਹੜੀ ਕਾਂਗਰਸ ਦੀ ਕਮਲਨਾਥ ਸਰਕਾਰ ਚੱਲਦੀ ਸੀ, ਉਹਨੂੰ ਡੇਗਣ ਲਈ, ਸਿੱਟਣ ਲਈ ਉਸ ਵੇਲੇ ਉਹਦਾ ਪੂਰਾ ਜ਼ੋਰ ਲੱਗਾ ਹੋਇਆ ਸੀਗਾ। ਕਿਉਂਕਿ ਜੇ 12 ਮਾਰਚ ਦੇ ਨੇੜੇ ਤੇੜੇ ਸਰਕਾਰ ਗੰਭੀਰ ਹੋ ਜਾਂਦੀ ਤੇ ਫਿਰ ਜਿਹੜੀਆਂ ਐਕਟੀਵਿਟੀ ਜਾਂ ਲੋਕਡਾਊਨ ਹੋ ਜਾਂਦਾ ਤਾਂ ਫਿਰ ਉੱਥੇ ਦੀ ਸਰਕਾਰ ਜਿਹੜੀ ਆ ਅਨਸਟੇਬਲ ਕਰਨੀ ਬੀਜੇਪੀ ਲਈ ਬੜੀ ਔਖੀ ਸੀਗੀ। ਤੇ ਫਿਰ ਆਪਾਂ ਦੇਖਦੇ ਹਾਂ ਵੀ ਜਦੋਂ ਹੋਇਆ ਆਪਣਾ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਦਾ ਮਿਸ਼ਨ ਪੂਰਾ ਹੋ ਗਿਆ, ਉੱਥੇ ਦੀ ਸਰਕਾਰ ਨੂੰ ਅਨਸਟੇਬਲ ਕਰਕੇ ਉੱਥੇ ਦੇ ਐਮਐਲਏ ਰਲਾ ਲੈ, ਮੱਧ ਪ੍ਰਦੇਸ਼ ਦੇ ਵਿੱਚ ਸਰਕਾਰ ਬਣ ਗਈ। 25 ਮਾਰਚ ਦੇ ਨੇੜੇ ਤੇੜੇ ਦਾ ਇਹ ਸਮਾਂ ਸੀ ਜਿਹੜਾ ਉੱਥੇ ਦੀ ਸਰਕਾਰ ਨੂੰ ਇਹਨਾਂ ਨੇ ਸੱਟ ਕੇ ਆਪਣਾ ਉੱਥੇ ਸੱਤਾ ਤੇ ਕਾਬਜ ਹੋ ਗਏ। ਹੁਣ ਸੋਚ ਕੇ ਦੇਖੋ, ਜੇ 12 ਤਰੀਕ ਨੂੰ ਸਰਕਾਰ ਗੰਭੀਰ ਹੋ ਜਾਂਦੀ 12 ਮਾਰਚ 2020 ਨੂੰ, ਤਾਂ ਜਿਹੜੇ ਲੋਕ ਬਾਅਦ ਵਿੱਚ ਸੜਕਾਂ ਦੇ ਵਿੱਚ ਰੁਲੇ 1800 ਕਿਲੋਮੀਟਰ ਆਪਣਾ ਬੱਚਿਆਂ ਨੂੰ ਲੈ ਕੇ, ਆਪਣੀਆਂ ਬਹੂਆਂ ਨੂੰ, ਛੋਟੇ ਬੱਚਿਆਂ ਨੂੰ ਲੈ ਕੇ ਸੜਕਾਂ ਤੇ ਰੁਲਦੇ ਰਹੇ, ਤੇ ਉਹ ਸੜਕਾਂ ਤੇ ਨਹੀਂ ਸੀ ਰੁਲਣੇ ਉਹ ਬੱਚੇ ਜੇ ਉਸ ਚੀਜ਼ ਨੂੰ ਪਹਿਲਾਂ ਕਿਸੇ ਢੰਗ ਤਰੀਕੇ ਦੇ ਨਾਲ ਲੋਕਡਾਊਨ ਕੀਤਾ ਹੁੰਦਾ। ਜਿੱਦਣ ਇਹਨਾਂ ਦੇ ਸੱਤਾ ਦੇ ਜਿਹੜੇ ਮਨਸੂਬੇ ਸੀ ਉਹ ਹੱਲ ਹੋ ਗਿਆ, ਠਾਹ ਦੇਣੀ ਲੋਕਡਾਊਨ ਕਰ ਦਿੱਤਾ। ਦੁਨੀਆ ਨੂੰ ਜਾਂ ਭਾਰਤੀਆਂ ਨੂੰ ਕੋਈ ਸਮਝ ਨਹੀਂ ਲੱਗੀ ਵੀ ਅਸੀਂ ਕਿਹੜੇ ਰਾਹੇ ਜਾਈਏ, ਕਿੱਥੇ ਬੈਠ ਕੇ ਖਾਈਏ, ਕੀ ਸਾਨੂੰ ਮਿਲਣਾ, ਕੀ ਸਾਨੂੰ ਨਹੀਂ ਮਿਲਣਾ। ਉਹ ਜਿਹੜਾ ਪਹਿਲਾ 1 ਮਹੀਨਾ ਲੋਕਡਾਊਨ ਦਾ ਸੀ, ਵਿੱਚ ਫਿਰ ਕਰਫਿਊ ਵੀ ਲੱਗਿਆ, ਸ਼ਾਇਦ ਹੀ ਭਾਰਤ ਦੇ ਇਤਿਹਾਸ ਵਿੱਚ ਇੰਨੇ ਭਿਆਨਕ ਦਿਨ ਇੱਕ ਗਰੀਬ ਵਰਗ ਲਈ, ਇੱਕ ਮਜ਼ਦੂਰ ਵਰਗ ਲਈ ਤੇ ਉਹ ਹੋਣ। ਅੱਛਾ, ਉਸ ਤੋਂ ਬਾਅਦ ਜਦੋਂ ਫਿਰ ਇਸ ਚੀਜ਼ ਤੋਂ ਉੱਪਰ ਕੇ ਦੇਖਦੇ ਹਾਂ ਕਿ ਜਦੋਂ ਜੂਨ ਦੇ ਨੇੜੇ ਤੇੜੇ ਫਿਰ ਇਹ ਜਿਹੜਾ ਲੋਕਡਾਊਨ ਖੋਲਿਆ ਗਿਆ, ਤੇ ਉਸ ਵੇਲੇ ਵੀ ਇੱਕ ਸੀ ਵੀ ਹੁਣ ਲੋਕ ਅੰਦਰ ਬੜੇ ਹੋਏ ਆ, ਉਹਦੀ ਆੜ ਵਿੱਚ ਹੀ ਕਿਸਾਨੀ ਬਿੱਲ ਪਾਸ ਕੀਤੇ ਗਏ। ਉਦੋਂ ਲੱਗਦਾ ਸੀ ਵੀ ਸਰਕਾਰ ਨੂੰ ਜਾਂ ਬੀਜੇਪੀ ਨੂੰ ਹੁਣ ਕਿਸੇ ਨੇ ਕੁਸਕਣਾ ਨਹੀਂ ਹੈਗਾ। ਇਹ ਸਾਰੀਆਂ ਚੀਜ਼ਾਂ ਉਹ ਸੀ ਜਿਹੜੀਆਂ ਗੰਭੀਰਤਾ ਸਰਕਾਰ ਦੀ ਜਿਹੜੀ ਬਣਦੀ ਸੀ, ਉਹ ਸਮੇਂ ਸਿਰ ਗੰਭੀਰਤਾ ਸਰਕਾਰ ਨੇ ਨਹੀਂ ਦਿਖਾਈ। ਪਰ ਲੱਗਦਾ ਸੀ ਇਹਨਾਂ ਨੂੰ ਕਿ ਹੁਣ ਜਿਹੜਾ ਇਹ ਕੋਵਿਡ ਦੇ ਅਧੀਨ ਇਸ ਵੇਲੇ ਲੋਕ ਬੰਦ ਕੀਤੇ ਹੋਏ ਆ, ਹੁਣ ਕਾਰਪੋਰੇਟਾਂ ਨੂੰ ਵੱਡੇ ਪੱਧਰ ਤੇ ਫਾਇਦੇ ਪਹੁੰਚਾਉਣ ਲਈ ਜਿਹੜੇ ਕਾਨੂੰਨ ਬਣ ਸਕਦੇ ਆ ਉਹਨੂੰ ਬਣਾਏ ਜਾਣ। ਕਿਉਂਕਿ ਉਸ ਵੇਲੇ ਤੱਕ ਤਾਂ ਮੋਦੀ ਦਾ ਵੀ ਇਹ ਸੀ ਵੀ ਮੋਦੀ ਹੈ ਤਾਂ ਮੁਮਕਿਨ ਹੈ, ਸਾਰਾ ਕੁਝ ਜੋ ਕਰਤਾ ਇਹ ਬੰਦਾ ਕਦੀ ਪਿੱਛੇ ਮੁੜ ਕੇ ਨਹੀਂ ਦੇਖਦਾ, ਜੇ ਪਾਰਟੀ ਸਖਤ ਫੈਸਲੇ ਲੈਂਦੀ ਆ। ਇਹ ਚੀਜ਼ਾਂ ਨੂੰ ਸਾਰੀਆਂ ਨੂੰ ਦੇਖਦੇ ਹੋਏ ਹੁਣ ਵੀ ਦੇਖੋ ਤੁਸੀਂ, ਫਰਵਰੀ 2021 ਦੇ ਵਿੱਚ ਇੱਕ RSS ਦੀ ਜਾਂ ਦੀ ਬੀਜੇਪੀ ਦੀ ਜਨਰਲ ਮੀਟਿੰਗ ਹੁੰਦੀ ਆ। ਜਨਰਲ ਮੀਟਿੰਗ ਦੇ ਵਿੱਚ ਇਹ ਤੈਅ ਕੀਤਾ ਜਾਂਦਾ ਆ ਕਿ ਇਸ ਵੇਲੇ 5 ਰਾਜਾਂ ਦੀਆਂ ਜਿਹੜੀਆਂ ਚੋਣਾਂ ਮਾਰਚ ਤੋਂ ਸ਼ੁਰੂ ਹੋ ਕੇ ਮਈ ਦੇ ਵਿੱਚ ਆਪਾਂ ਦੇਖਿਆ ਕਿ ਅੰਤ ਹੋਇਆ, ਉਹਨਾਂ ਦਾ ਰਿਜ਼ਲਟ ਆਏ ਆ। ਉਸ ਵੇਲੇ ਉਹ ਚੋਣਾਂ ਜਿੱਤਣ ਲਈ ਜੋ ਬੀਜੇਪੀ ਨੇ ਕੀਤਾ ਕਿ ਕਹਿ ਸਕਦੇ ਆ ਕਿ ਜਿਹੜਾ ਤਿਆਰੀ ਕੋਵਿਡ ਦੀ ਕਰਨੀ ਸੀ, ਕੋਵਿਡ ਦੀਆਂ ਲੋਕਾਂ ਨੂੰ ਬਚਾਉਣ ਦੀ ਤਿਆਰੀ, ਉਸ ਵੇਲੇ ਬੀਜੇਪੀ ਦੀ ਜਨਰਲ ਮੀਟਿੰਗ ਦੇ ਵਿੱਚ ਇੱਕ ਗੱਲ ਕਹੀ ਜਾ ਰਹੀ ਸੀ ਵੀ ਮੋਦੀ ਨੇ ਕਿਸਾਨੀ ਬਿੱਲ ਜਿਹੜੇ ਕੀਤੇ ਆ ਉਹ ਵੀ ਬਹੁਤ ਵਧੀਆ, ਲੋਕਾਂ ਦੇ ਵਿੱਚ ਹੰਗਾਰਾ ਮਿਲ ਰਿਹਾ, ਅਸੀਂ ਲੋਕਾਂ 'ਚ ਪ੍ਰਚਾਰਾਂਗੇ, ਅਸੀਂ ਜਿਹੜੀਆਂ 5 ਰਾਜਾਂ ਦੀਆਂ ਚੋਣਾਂ ਵੀ ਜਿੱਤਾਂਗੇ, ਤੇ ਮੋਦੀ ਜਿਹੜਾ ਇਸ ਵੇਲੇ ਆ ਉਹ ਬਹੁਤ ਵੱਡਾ ਬੀਜੇਪੀ ਦਾ ਲੀਡਰ ਆ। ਇਹ ਤਿਆਰੀਆਂ ਜਦੋਂ ਕਰਨੀਆਂ ਸੀਗੀਆਂ ਕੋਵਿਡ ਨਾਲ ਨਿਪਟਣ ਦੀਆਂ, ਉਸ ਵੇਲੇ ਇਲੈਕਸ਼ਨ ਦੇ ਵਿੱਚ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਆਪਾਂ ਦੇਖਿਆ ਕਿ ਉਹ ਜਿਹੜਾ ਮਸਲਾ ਸੀ ਉਹਨਾਂ ਦਾ ਉੱਥੇ ਵੀ ਉਹ ਹੱਲ ਨਹੀਂ ਹੋਇਆ। ਫਿਰ ਸੁਣ ਕੇ ਦੇਖੋ ਤੁਸੀਂ, ਜਦੋਂ ਦੇਖੋਗੇ ਕਿ ਕੁੰਭ ਦਾ ਮੇਲਾ ਜਿਹੜਾ ਸਵਲੀਨ ਆ ਉਹ 2022 ਦੇ ਵਿੱਚ ਆ ਰਿਹਾ ਸੀ, ਜੋ ਇਹਨਾਂ ਦਾ ਦੱਸਦੇ ਆ ਧਾਰਮਿਕ ਤੌਰ ਤੇ। ਚਲੋ ਆਪਾਂ ਜ਼ਿਆਦਾ ਨਹੀਂ ਇਸ ਚੀਜ਼ ਨੂੰ ਦੇਖਦੇ, ਜੋ ਅਸੀਂ ਪੜ੍ਹਿਆ ਸੁਣਿਆ ਆ। ਤੇ ਉਹ ਇਹਨਾਂ ਨੇ RSS ਨੇ, ਬੀਜੇਪੀ ਨੇ, ਪੰਡਤਾਂ ਦੇ ਕਹਿੰਦੇ ਹੁੰਦੇ ਦੇ ਕੇ ਕਰ ਕਰਾ ਕੇ ਉਹ ਇਸੇ ਲਈ ਉਹ 2021 ਦੇ ਵਿੱਚ ਕੁੰਭ ਦਾ ਮੇਲਾ ਲਿਆਂਦਾ ਗਿਆ ਕਿ ਯੂਪੀ ਬਹੁਤ ਵੱਡਾ ਪ੍ਰਾਂਤ ਆ। ਆਉਣ ਵਾਲੇ 2022 ਦੇ ਵਿੱਚ ਯੂਪੀ 'ਚ ਇਲੈਕਸ਼ਨ ਹੋ ਰਹੀ ਆ, ਕਿਉਂਕਿ ਕੁੰਭ ਦਾ ਮੇਲਾ ਆਉਣਾ ਸੀ 22 ਅਪ੍ਰੈਲ, ਮਤਲਬ 2022 ਦੀ ਅਪ੍ਰੈਲ ਵਿੱਚ। ਜਦ ਤੱਕ ਜਿਹੜੀ ਯੂਪੀ ਦੀ ਇਲੈਕਸ਼ਨ ਆ ਉਹ ਹੋ ਜਾਣੀ ਸੀਗੀ। ਉੱਥੇ ਫਿਰ ਕੋਈ ਧਾਰਮਿਕ ਰੰਗਤ ਜਿਹੜੀ ਉਸ ਕੁੰਭ ਦੇ ਮੇਲੇ ਨੂੰ ਦੇਣੀ ਸੀ, ਉਹ ਫਿਰ ਕੰਮ ਨਹੀਂ ਸੀ ਆਉਣੀ। ਉਸ ਕੁੰਭ ਦੇ ਮੇਲੇ ਨੂੰ 2022 ਦੀ ਬਜਾਏ 2021 'ਚ ਲਿਆਣ ਕੇ ਉੱਥੇ ਕਰੋੜਾਂ ਲੋਕ ਇਕੱਠੇ ਕੀਤੇ ਗਏ। ਕੀ ਉਦੋਂ ਸਰਕਾਰ ਨੂੰ ਨਹੀਂ ਸੀ ਪਤਾ? ਬਹੁਤ ਲੰਬਾ ਸਮਾਂ ਤਾਂ ਹੋਇਆ ਨਹੀਂ, ਆ ਪਿੱਛੇ ਦੀ ਗੱਲ ਆ ਨਾ, ਫਰਵਰੀ ਮਾਰਚ ਦੀ। ਉਦੋਂ ਨਹੀਂ ਸੀ ਸਰਕਾਰ ਨੂੰ ਪਤਾ ਵੀ ਇਹ ਏਡਾ ਵੱਡਾ ਅਸੀਂ ਇਕੱਠ ਕਰ ਰਹੇ ਹਾਂ, ਤੇ ਉਸ ਵੇਲੇ ਸਰਕਾਰ ਦੀ ਗੰਭੀਰਤਾ ਹੈ ਨਹੀਂ ਸੀ। ਤੁਸੀਂ ਦੇਖਦੇ ਆ ਕਿ ਜਿਸ ਤਰ੍ਹਾਂ ਇਹਨਾਂ ਨੇ ਇੱਕ ਪਲਾਨ ਕੀਤਾ ਸੀ ਵੀ ਅਸੀਂ ਇਹ ਪਹਿਲੇ ਦੌਰ ਦੀ ਜਿਹੜੀ ਲੰਘ ਗਈ ਆ, ਦੂਜੇ ਦੌਰ ਦਾ ਸਰਕਾਰ ਨੇ ਕੋਈ ਸੋਚਿਆ ਹੀ ਨਹੀਂ ਵੀ ਦੂਜੇ ਤਹਿ ਦੀ ਜਾਂ ਦੂਜੇ ਸਦਰ ਦੀ ਬਿਮਾਰੀ ਵੀ ਪਿੱਛੇ ਆ ਰਹੀ ਆ। ਤੇ ਇਹਨਾਂ ਨੂੰ ਇਹ ਸੀ ਵੀ ਅਸੀਂ ਉਹ ਕੁੰਭ ਦਾ ਮੇਲੇ ਵਿੱਚ ਜਿਹੜਾ ਧਾਰਮਿਕ ਤੌਰ ਤੇ ਵੀ ਲੋਕਾਂ ਨੂੰ ਖੁਸ਼ ਕਰ ਲਾਂਗੇ। ਉਸ ਤੋਂ ਬਾਅਦ ਕੀ ਹੋਊਗਾ, ਯੂਪੀ ਦੀ ਇਲੈਕਸ਼ਨ ਦੇ ਵਿੱਚ ਲਾਸਟ ਵਿੱਚ ਇੰਨੇ ਕੁ ਅਸੀਂ ਇੰਜੈਕਸ਼ਨ ਜਿਹੜੇ ਸੀਗੇ ਉਹ ਰੱਖਾਂਗੇ, ਤੇ ਨੇੜੇ ਜਾ ਕੇ ਇਲੈਕਸ਼ਨ ਦੇ ਜਿਹੜਾ ਯੂਪੀ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਟੀਕਾਕਰਨ ਕਰਾਂਗੇ, ਤੇ ਯੂਪੀ ਦੇ ਵਿੱਚ ਸਾਨੂੰ ਸਰਕਾਰ ਬਣਾਉਣ ਦੇ ਵਿੱਚ ਆਸਾਨੀ ਹੋ ਜਾਊਗੀ। ਆਪਾਂ ਦੇਖਦੇ ਹਾਂ ਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਸਵਲੀਨ ਜੀ ਸੀ,
ਇਸ ਕੋਵਿਡ ਨੂੰ ਜੇ ਗੈਰ ਗੰਭੀਰਤਾ ਦੇ ਨਾਲ ਭਾਰਤ ਦੇ ਲੋਕਾਂ ਨੇ ਨਹੀਂ ਲਿਆ, ਜਿੰਨਾ ਕਿ ਸਾਡੇ ਰਾਜਨੀਤਿਕ ਦਲਾਂ ਨੇ, ਰਾਜਨੀਤਿਕ ਪਾਰਟੀਆਂ ਨੇ ਇਸ ਕੋਵਿਡ ਦੀ ਮਹਾਮਾਰੀ ਨੂੰ ਲਿਆ, ਉਹਦਾ ਹੀ ਨਤੀਜਾ ਆ ਸਵਲੀਨ, ਕਿ ਇਹ ਸਮੇਂ ਸਿਰ ਜਿਹੜੇ ਕੰਮ ਇਹਨਾਂ ਨੂੰ ਕਰਨੇ ਚਾਹੀਦੇ ਸੀ ਉਹ ਇਨੀ ਮੌਕੇ ਤੇ ਕੀਤੇ ਨਹੀਂ। ਉਸ ਵੇਲੇ ਪੱਛਮੀ ਬੰਗਾਲ ਦੇ ਵਿੱਚ ਇਲੈਕਸ਼ਨਾਂ ਲੜੀਆਂ ਜਾ ਰਹੀਆਂ ਸੀ ਜਾਂ ਹੋਰਾਂ ਰਾਜਾਂ ਦੇ ਵਿੱਚ ਇਲੈਕਸ਼ਨਾਂ ਲੜੀਆਂ ਜਾ ਰਹੀਆਂ ਸੀ, ਤਿਆਰੀ ਉਸ ਵੇਲੇ ਕਰਨ ਦੀ ਸੀ ਕਿ ਸਾਨੂੰ ਆਉਣ ਵਾਲੇ ਦੂਜੇ ਲਹਿਰ ਦੀ ਜਿਹੜੀ ਬਿਮਾਰੀ ਆ ਰਹੀ, ਸਾਨੂੰ ਕਿੰਨੀ ਉਹਦੇ ਲਈ ਆਕਸੀਜਨ ਚਾਹੀਦੀ, ਸਾਨੂੰ ਕਿੰਨੇ ਬੈੱਡ ਚਾਹੀਦੇ ਆ, ਸਾਨੂੰ ਕਿੰਨਾ ਉਹਦਾ ਪ੍ਰਬੰਧ ਕਰਨਾ ਚਾਹੀਦਾ। ਪਰ ਫਿਰ ਕਹਿੰਦੇ ਹੁੰਦੇ ਆ ਵੀ ਪੱਛਮੀ ਬੰਗਾਲ ਵੀ ਹਾਰ ਗਿਆ। ਉਸ ਤੋਂ ਬਾਅਦ ਜਿਹੜਾ ਮਸਲਾ ਸੀਗਾ 5 ਰਾਜਾਂ ਦੇ ਵਿੱਚ ਇਹਨਾਂ ਦੀ ਸੀਗਾ ਵੀ ਝੰਡੀ ਬੀਜੇਪੀ ਦੀ ਹੋ ਜਾਊਗਾ, ਉਹ ਵੀ ਕੋਈ ਖਾਸ ਲੱਗੀ ਨਹੀਂ ਹੈ। ਤੇ ਆਪਾਂ ਦੇਖਦੇ ਹਾਂ ਕਿ ਜਿਹੜੀ ਗੈਰ ਗੰਭੀਰਤਾ ਸਰਕਾਰਾਂ ਦੀ ਜਾਂ ਪਾਰਟੀਆਂ ਦੀ ਸੀ, ਉਹਦੀ ਵਜ੍ਹਾ ਕਰਕੇ ਹੀ ਸਾਡੇ ਤੇ ਅੱਜ ਇਹ ਦਿਨ ਆਏ। ਆਪਾਂ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਸੀ ਕਿ ਇਨਸਾਨ ਦੀ ਮਰਨ ਤੋਂ ਬਾਅਦ ਜਿਹੜੀ ਕਦਰ ਸੀ ਨਾ, ਇਹ ਧਰਤੀ ਦੇ ਇਤਿਹਾਸ ਤੇ ਹੋਊਗਾ ਕਿ ਮਰਨ ਤੋਂ ਬਾਅਦ ਵੀ ਸਾਡੀਆਂ ਜਿਹੜੇ ਉਹ ਸਾਡੇ ਵੀਰ ਭਰਾ ਸਾਥੀ ਭਾਰਤ ਦੇ ਵਾਸੀ ਜਿਹੜੇ ਛੱਡ ਕੇ ਜਾ ਚੁੱਕੇ ਆ ਇਸ ਵੇਲੇ ਪਿਛਲੇ 1.5-2 ਮਹੀਨੇ ਦੇ ਵਿੱਚ, ਤੇ ਉਹ ਚੀਜ਼ਾਂ ਇਤਿਹਾਸ ਵਿੱਚ ਦਰਜ ਹੋਣਗੀਆਂ। ਕਿੱਦਾਂ ਸਾਡੇ ਲੋਕਾਂ ਦੀਆਂ ਲਾਸ਼ਾਂ ਜਿਹੜੀਆਂ ਆ ਉਹ ਦਰਿਆਵਾਂ ਤੇ ਰੇਤ ਵਿੱਚ ਰੁਲੀਆਂ, ਸਾਡੀਆਂ ਉਹਨਾਂ ਜਿਨ੍ਹਾਂ ਨੂੰ ਆਕਸੀਜਨ ਨਹੀਂ ਮਿਲ ਸਕੀ, ਜਿਨ੍ਹਾਂ ਨੂੰ ਆਪਣੇ ਚੰਗੇ ਪੱਧਰ ਦਾ ਇਲਾਜ ਨਹੀਂ ਮਿਲ ਸਕਿਆ, ਉਹਨਾਂ ਦੀਆਂ ਲਾਸ਼ਾਂ ਨੂੰ ਕੁੱਤਿਆਂ ਨੇ ਨੋਚ ਕੇ ਖਾਧਾ। ਇਹ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਮੇਂ ਦੀਆਂ ਸਰਕਾਰਾਂ ਨੂੰ ਕਦੀ ਵੀ ਮਾਫ ਨਹੀਂ ਕਰਨਗੇ। ਜੇ ਅੰਕੜੇ ਘਟ ਰਹੇ ਆ, ਜੇ ਸਹੀ ਆ ਤੇ ਬਹੁਤ ਵਧੀਆ ਗੱਲ ਆ, ਪਰ ਸਰਕਾਰ ਦੇ ਇਹਨਾਂ ਅੰਕੜਿਆਂ ਤੇ ਹਜੇ ਵੀ ਕਿੰਤੂ ਪਰੰਤੂ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਜੀ ਬਿਲਕੁਲ ਸਾਹਿਬ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੋਣੇ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਿਲਗਾ ਸਾਹਿਬ, ਤੁਸੀਂ ਭਾਰਤ ਦਾ ਤੇ ਹਾਲਾਤ ਦੱਸਦੇ ਵੀ ਕਰੋਨਾ ਦੀ ਕੀ ਸਥਿਤੀ ਹੈ ਤੇ ਸਾਡੇ ਪੰਜਾਬ ਦੀ ਇਸ ਵੇਲੇ ਕੀ ਹਾਲਤ ਹੈ? ਮਿੰਨੀ ਲੋਕਡਾਊਨ ਵਾਕਈ ਅਸਰਦਾਰ ਸਾਬਤ ਹੋ ਰਿਹਾ ਕਿ ਨਹੀਂ? ਸਵਲੀਨ ਜੀ, ਇੱਕ ਬਹੁਤ ਵੱਡਾ ਰੌਚਕ ਤੱਤ ਹੈ ਕਿ ਜਿਸ ਤਰ੍ਹਾਂ ਦਿੱਲੀ ਤੋਂ ਪਹਿਲਾਂ ਜਾਂ ਦਿੱਲੀ ਦੇ ਨੇੜੇ ਤੇੜੇ ਹੀ ਆਪਣੇ ਇੱਧਰ ਲੋਕਡਾਊਨ ਦੀ ਤਿਆਰੀ ਕੀਤੀ ਗਈ ਸੀ, ਦਿੱਲੀ ਦੇ ਵਿੱਚ ਜੇ ਪੂਰਨ ਲੋਕਡਾਊਨ ਆ ਤੇ ਉੱਥੇ ਅੰਕੜਿਆਂ ਦੀ ਜਿਹੜੀ ਆ ਗਿਣਤੀ ਆ ਉਹ ਵਾਕਿਆ ਹੀ ਜਿਹੜੀ ਇਸ ਵੇਲੇ ਪੋਜ਼ਿਟਿਵ ਵੱਲ ਨੂੰ ਆ ਰਹੀ, ਮਤਲਬ ਕਿ ਉਹਦਾ ਅਸਰ ਜਿਹੜਾ ਆ ਪੰਜਾਬ ਦੇ ਮੁਕਾਬਲੇ ਵੱਧ ਦੇਖਿਆ ਜਾ ਰਿਹਾ। ਜੇ ਹੁਣ ਆਪਾਂ ਦੇਖੀਏ ਕਿ ਪਿਛਲੇ ਹਾਂਜੀ, ਤੇ ਇਹ ਜਿਹੜਾ ਆਪਾਂ ਅੰਕੜਾ ਦੇਖਦੇ ਆ, ਜਿਸ ਤਰ੍ਹਾਂ ਪੰਜਾਬ ਦਾ ਪਿਛਲੇ 24 ਘੰਟਿਆਂ ਦਾ ਵੀ ਆਪਾਂ ਦੇਖ ਲਈਏ ਤੇ ਫਰਕ ਤਾਂ ਪਿਆ, 8500 ਦੇ ਨੇੜੇ ਤੇੜੇ ਦਾ ਅੰਕੜਾ ਆਇਆ ਆ ਕਿ ਜਿਹੜਾ ਪਿਛਲੇ 24 ਘੰਟਿਆਂ ਦੇ ਵਿੱਚ ਠੀਕ ਹੋ ਕੇ ਮਤਲਬ ਘਰਾਂ ਨੂੰ ਗਿਆ ਰੱਖ ਲਈਏ, ਜਾਂ ਮਤਲਬ ਠੀਕ ਹੋਇਆ ਮੰਨ ਲਈਏ, ਚਾਹੇ ਕੁਆਰੰਟਾਈਨ ਸੀਗੇ ਜਾਂ ਹਸਪੀਟਲਾਂ ਸੀਗੇ, ਇਹ ਅੰਕੜਾ ਜਿਹੜਾ ਆ ਨੈਗੇਟਿਵ ਹੋ ਗਿਆ, ਯਾਨੀ ਕਿ 8500 ਦਾ। 7000 ਦੇ ਨੇੜੇ ਤੇੜੇ ਦਾ ਜਿਹੜਾ ਕੇਸ ਹੈਗਾ ਆ, ਜਿਹੜਾ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਨਵਾਂ ਵੀ ਦਰਜ ਕੀਤਾ ਗਿਆ ਆ। ਮਤਲਬ 7000 ਦਾ ਨੇੜੇ ਦੇਖ ਲਈਏ ਤਾਂ 8500 1500 ਬੰਦਾ ਜਿਹੜਾ ਠੀਕ ਹੋਣ ਦੀ ਗਿਣਤੀ ਆ ਉਹ ਵਧੀ ਆ। ਪਰ ਫਿਰ ਵੀ ਆਪਾਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਜਿਹੜੀ ਮੌਤਾਂ ਦੀ ਗਿਣਤੀ ਸੀਗੀ ਉਹ ਫਿਰ ਵੀ ਹਜੇ ਸਵਲੀਨ ਜੀ 24 ਘੰਟਿਆਂ 'ਚ 194, ਭਾਵ ਕਹਿਣ ਦਾ ਵੀ 200 ਦੇ ਨੇੜੇ ਤੇੜੇ ਦੀ ਹਜੇ ਵੀ ਆ ਰਹੀ ਆ। ਉਹਦਾ ਕਾਰਨ ਇੱਕ ਇਹ ਵੀ ਹੈਗਾ ਆ ਕਿ ਪੰਜਾਬ ਦੇ ਵਿੱਚ ਉਨੀ ਆਕਸੀਜਨ ਦੀ ਘਾਟ ਨਹੀਂ ਆਈ ਜਿੰਨੀ ਦਿੱਲੀ ਦੇ ਵਿੱਚ ਜਾਂ ਹੋਰ ਸੂਬਿਆਂ 'ਚ ਆਪਾਂ ਦੇਖੀ ਗਈ ਆ। ਇਹ ਤਾਂ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਇੱਥੇ ਵਧੀਆ ਪ੍ਰਬੰਧ ਹੈਗੇ ਆ, ਪਰ ਫਿਰ ਵੀ ਚਾਹੇ ਮੰਨ ਲਈਏ ਕਿ ਆਪਣਾ ਥੋੜਾ ਜਿਹਾ ਖੁੱਲਾ ਏਰੀਆ ਜਾਂ ਆਬੋ ਹਵਾ ਜਿਹੜੀ ਥੋੜੀ ਸਾਫ਼ ਸੀ ਕਰਕੇ ਜਿਹੜੇ ਵੱਡੇ ਜ਼ਿਆਦਾ ਸੰਘਣੀ ਆਬਾਦੀ ਵਾਲੇ ਸ਼ਹਿਰਾਂ ਦੇ ਵਿੱਚ ਸੀਗਾ, ਉਹਨਾਂ ਦੇ ਵਿੱਚ ਜਿਹੜਾ ਸੀਗਾ ਮੌਤਾਂ ਦੀ ਗਿਣਤੀ ਜਿੱਦਾਂ ਮਹਾਰਾਸ਼ਟਰ ਸੀਗਾ ਜਾਂ ਦਿੱਲੀ ਸੀਗਾ, ਇਹਨਾਂ ਦੇ ਵਿੱਚ ਬਾਕੀ ਸ਼ਹਿਰਾਂ ਦੇ ਜਾਂ ਬਾਕੀ ਪੰਜਾਬ ਦੇ ਮੁਕਾਬਲੇ ਵੱਧ ਰਹੀ ਆ। ਪਰ ਜੇ ਆਲ ਓਵਰ ਆਪਾਂ ਪਹਿਲਾਂ ਵੀ ਜਿਹੜੀ ਗੱਲ ਕੀਤੀ ਵੀ ਹੁਣ ਅੰਕੜੇ ਜਿਹੜੇ ਸਾਨੂੰ ਸਰਕਾਰ ਵੱਲੋਂ ਜਾਂ ਵਿਭਾਗਾਂ ਵੱਲੋਂ ਅਖਬਾਰਾਂ 'ਚ ਦਿੱਤੇ ਜਾਂਦੇ, ਮੀਡੀਆ ਨੂੰ ਦਿੱਤੇ ਜਾਂਦੇ ਆ, ਉਹਦਾ ਤੇ ਇੱਕੋ ਹੀ ਆ ਵੀ ਉਹਦਾ ਕਿੰਨਾ ਮਤਲਬ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਕਿੰਨਾ ਜਿਹੜਾ ਟੈਸਟਿੰਗ ਕਿੰਨੀ ਹੁੰਦੀ ਆ, ਉਸ ਤੋਂ ਬਾਅਦ ਹੀ ਅੰਕੜੇ ਆਣੇ ਨਾ। ਹੁਣ ਜੇ ਟੈਸਟਿੰਗ ਘਟ ਗਈ ਤੇ ਇਹਦਾ ਮਤਲਬ ਅੰਕੜੇ ਵੀ ਘਟ ਗਏ। ਤੇ ਇਸ ਕਰਕੇ ਮਤਲਬ ਪੰਜਾਬ ਦੀ ਜਿਹੜੀ ਪਿਛਲੇ 24 ਘੰਟਿਆਂ ਦੇ ਇਹ ਹਾਲਾਤ ਰਹੇ ਆ। ਪਰ ਫਿਰ ਵੀ ਦਿੱਲੀ ਦੇ ਮੁਕਾਬਲੇ ਜਿਹੜਾ ਪੰਜਾਬ ਦੇ ਵਿੱਚ ਸੈਮੀ ਲੋਕਡਾਊਨ ਕਹਿ ਸਕਦੇ ਆ, ਦਿੱਲੀ ਵਿੱਚ ਤਾਂ ਪੂਰਨ ਲੋਕਡਾਊਨ ਆ ਜੀ, ਤੇ ਉੱਥੇ ਜਿਹੜਾ ਆ ਫਾਇਦਾ ਵੀ ਵੱਧ ਹੋਇਆ ਆਮ ਲੋਕਾਂ ਨੂੰ। ਜੇ ਚਲੋ ਠੀਕ ਆ ਵਪਾਰਕ ਪੱਖੋਂ ਸਾਰਾ ਕੰਮ ਰੁਕਿਆ ਆ, ਉਹ ਤਾਂ ਇੱਕ ਅਲੱਗ ਵਿਸ਼ਾ ਵੀ ਨੁਕਸਾਨ ਹੋ ਹੀ ਰਿਹਾ। ਪਰ ਕੋਵਿਡ ਦੇ ਸੰਬੰਧ ਵਿੱਚ ਦੇਖੀਏ ਤਾਂ ਦਿੱਲੀ ਜਿਹੜੀ ਇਸ ਵੇਲੇ ਪੰਜਾਬ ਨਾਲੋਂ ਜਿਹੜੀ ਉਹਨਾਂ ਦਾ ਪੋਜ਼ਿਟਿਵਿਟੀ ਰੇਟ ਹੈ ਉਹ ਜ਼ਿਆਦਾ ਹੋ ਰਿਹਾ ਜੀ। ਬਿਲਕੁਲ ਸਾਹਿਬ, ਜੇ ਕਰੋਨਾ ਦੇ ਇਲਾਜ ਦੀ ਗੱਲ ਕਰੀਏ ਤੇ ਇਲਾਜ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਬੜੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ, ਕੀ ਜਿਹੜੇ ਉਹ ਇਲਾਜ ਦੱਸ ਰਹੇ ਨੇ ਉਹ ਵਾਕਿਆ ਹੀ ਕਾਮਯਾਬ ਨੇ?
ਤਵਲੀਨ ਜੀ ਕੀ ਇਹਨਾਂ ਦੀਆਂ ਗੱਲਾਂ ਕਰੀਏ, ਕਿੱਥੇ ਇਸ ਵੇਲੇ ਦੁਨੀਆ ਪਹੁੰਚ ਗਈ ਆ, 21ਵੀਂ ਸਦੀ 'ਚ ਅਸੀਂ ਜੀ ਰਹੇ ਆ। ਇਹਨਾਂ ਲੋਕਾਂ ਦੀ ਤਾਂ ਕਈ ਵਾਰੀ ਗੱਲ ਕਰਦਿਆਂ ਨੂੰ ਵੀ ਸਾਨੂੰ ਮਤਲਬ ਕਹਿ ਸਕਦੇ ਹਾਂ ਵੀ ਕੀ ਕਿੱਦਾਂ ਦਾ ਲਫ਼ਜ਼ ਵਰਤੀਏ ਇਹਨਾਂ ਲਈ, ਹਨਾ? ਵੀ ਹਾਸਾ ਆਉਂਦਾ ਇਹਨਾਂ ਲੋਕਾਂ ਤੇ, ਹਨਾ? ਇੰਨੀਆਂ ਵੱਡੀਆਂ ਪੜ੍ਹਾਈਆਂ ਕਰਨ ਤੋਂ ਬਾਅਦ ਜੇ ਏਦਾਂ ਦੇ, ਖਾਸ ਕਰਕੇ ਜਦੋਂ ਤੁਸੀਂ ਲੋਕਾਂ ਦੇ ਨੁਮਾਇੰਦੇ ਚੁਣੇ ਜਾਂਦੇ ਆ, ਉਸ ਤੋਂ ਬਾਅਦ ਕੋਈ ਏਦਾਂ ਦੀਆਂ ਤੁਸੀਂ ਹਰਕਤਾਂ ਜਾਂ ਏਦਾਂ ਦੇ ਲੋਕਾਂ 'ਚ ਬਿਆਨ ਦਿੰਦੇ ਆ, ਜਿਹੜੇ ਖਾਸ ਕਰਕੇ ਇਸ ਵੇਲੇ ਸੱਤਾਧਾਰੀ ਭਾਰਤ ਦੀ ਪਾਰਟੀ ਹੋਵੇ ਤੇ ਸਾਧਵੀ ਪ੍ਰਗਿਆ ਦਾ ਤੁਸੀਂ ਦੇਖਦੇ ਹੋ ਕੋਈ ਭੋਪਾਲ ਤੋਂ MP ਨੇ, ਹਨਾ? ਉਹਨਾਂ ਦਾ ਤੁਸੀਂ ਬਿਆਨ ਸੁਣ ਕੇ ਪੜ੍ਹ ਕੇ ਦੇਖੋ, ਤੁਸੀਂ ਆਪ ਮੱਥੇ ਤੇ ਹੱਥ ਮਾਰਦੇ ਵੀ ਕੀ ਇਹਨਾਂ ਲੋਕਾਂ ਨੂੰ ਅਸੀਂ ਦੇਸ਼ ਦੀ ਬਾਗਡੋਰ ਫੜਾਈ ਹੋਈ ਆ, ਇਹਨਾਂ ਲੋਕਾਂ ਤੋਂ ਅਸੀਂ ਆਸ ਕਰਕੇ ਬੈਠੇ ਆ ਵੀ ਜਿਹੜੇ ਇਹ ਸਾਨੂੰ ਕੋਵਿਡ ਤੋਂ ਬਚਾ ਲੈਣਗੇ ਜਾਂ ਕਿਸੇ ਹੋਰ ਇਦਾਂ ਦੇ ਕੋਈ ਸਾਡੇ ਕੋਈ ਸਮੱਸਿਆ ਦੀ ਸਾਨੂੰ ਬਚਾ ਲੈਣਗੇ, ਹਨਾ? ਤੇ ਇਦਾਂ ਦੀਆਂ ਗੱਲਾਂ ਜਦੋਂ ਇਹਨਾਂ ਦੀਆਂ ਦੇਖਦੇ ਆ ਕੀ ਇੱਕ ਵੀ ਲੈ ਜੀ ਮੈਂ ਤਾਂ ਜੀ ਗਊ ਮੂਤਰ ਦਾ ਅਰਕ ਕੱਢ ਕੇ ਪੀਨੀ ਆ, ਨਾ ਮੈਨੂੰ ਕਰੋਨਾ ਹੋਇਆ ਆ ਨਾ ਮੈਨੂੰ ਹੋਣਾ ਆ, ਹਨਾ? ਤੇ ਫਿਰ ਤੁਸੀਂ ਜਾਂ ਤਾਂ ਇੱਕ ਗੱਲ ਇਹ ਆਣ ਕੇ ਮੋਦੀ ਦੇ ਨਾਲ ਬੈਠ ਕੇ ਕਰ ਲਓ, ਫਿਰ ਮੋਦੀ ਆ ਜਿੰਨੇ ਤਾਮ ਝਾਮ ਕਰ ਰਿਹਾ ਆ, ਰੋਜ਼ ਉਹ ਕਹਿ ਰਿਹਾ ਆ ਜੀ ਏਦਾਂ ਅਸੀਂ ਇੰਨੇ ਇੰਜੈਕਸ਼ਨ ਲਾਤੇ ਆ, ਇੰਨਾ ਅਸੀਂ ਹੋਰ ਪ੍ਰਬੰਧ ਕਰ ਰਹੇ ਆ, ਅਸੀਂ ਤਾਂ ਹਵਾਈ ਜਹਾਜ਼ਾਂ ਦੇ ਵਿੱਚ ਆਕਸੀਜਨ ਲਿਆ ਰਹੇ ਆ। ਫਿਰ ਲੋਕਾਂ ਨੂੰ ਆਣ ਕੇ ਸਾਧਵੀ ਪ੍ਰਗਿਆ ਨੂੰ ਹਸਪਤਾਲਾਂ ਦੇ ਵਿੱਚੋਂ ਛੁੱਟੀ ਕਰਵਾ ਦੇਣੀ ਚਾਹੀਦੀ ਆ। ਤੇ ਆਹ ਜਿਹੜਾ ਇੰਜੈਕਸ਼ਨ ਤੇ ਜਾਂ ਸੀਰਮ ਕੰਪਨੀ ਦਾ ਜਿਹੜਾ ਭੱਜਾ ਫਿਰਦਾ ਮਾਲਕ ਡਰਦਾ, ਜਿਹੜੇ ਤੇ ਇੰਨਾ ਦਬਾਅ ਇਸ ਵੇਲੇ ਸਰਕਾਰਾਂ ਦਾ, ਤੇ ਫਿਰ ਕੀ ਲੋੜ ਇੰਨੇ ਤਾਮ ਝਾਮ ਕਰਨ ਦੀ? ਤੇ ਫਿਰ ਤਾਂ ਮੇਰਾ ਖਿਆਲ ਆ ਵੀ ਇਹਨਾਂ ਨੂੰ ਜਿਹੜੇ ਆਕਸੀਜਨ ਦੇ ਟਰੱਕ ਨਹੀਂ, ਇਹ ਤਾਂ ਫਿਰ ਗਊ ਮੂਤਰ ਦੇ ਟਰੱਕ ਹੀ ਪੂਰੇ ਭਾਰਤ ਵਿੱਚ ਵੰਡ ਦੇਣੇ ਚਾਹੀਦੇ ਆ। ਪਿਛਲੇ ਤੁਸੀਂ ਅਹਿਮਦਾਬਾਦ ਦੀ ਦੇਖੀ, ਉਹ ਏਡੇ ਮੂਰਖ ਲੋਕ ਸਬਲੀਨ ਜੀ, ਉਹ ਜਿਹੜਾ ਗੋਬਰ ਆ, ਜਿਹੜਾ ਗੋਬਰ ਦੇ ਨਾਲ ਉਹ ਲਿਬੜ ਕੇ ਜਾਂ ਉਹਦੇ ਵਿੱਚ ਲਿਟ ਕੇ ਉਹ ਕਹਿ ਰਹੇ ਜੀ ਲਓ ਜੀ ਇਹ ਗੋਬਰ ਦੇ ਵਿੱਚ ਲਿਟੋਗੇ ਤੇ ਤੁਹਾਨੂੰ ਕਰੋਨਾ ਨਹੀਂ ਹੋਊਗਾ। ਤੁਸੀਂ ਦੇਖੋ ਸਹੀ ਕਿਹੜੀ ਦੁਨੀਆ 'ਚ ਤੁਰੇ ਫਿਰਦੇ ਆ ਤੁਸੀਂ ਤਾਂ ਬਿਲਕੁਲ ਮਤਲਬ ਵਿਗਿਆਨ ਤੋਂ ਮੁਨਕਰੀ ਹੋ ਗਏ। ਤੇ ਜਦੋਂ ਆਪਣਾ ਸਿਰ ਵੀ ਦੁਖਦਾ ਆ ਫਿਰ ਭੱਜਦੇ ਆ ਉੱਥੇ ਨੂੰ ਇਹ ਡਾਕਟਰਾਂ ਕੋਲ ਨੂੰ, ਚਾਹੇ ਆ ਸਵਾਮੀ ਰਾਮਦੇਵ ਹੋਵੇ, ਹਨਾ, ਜਿਹੜਾ ਕਹਿੰਦਾ ਜੀ ਕਿਤੇ ਐਲੋਪੈਥੀ ਦੀ ਲੋੜ ਹੀ ਹੈ ਨਹੀਂ, ਹਨਾ? ਤੇ ਇਹ ਜਿਹੜੇ ਏਦਾਂ ਦੇ ਹਾਸੋਹੀਣੇ ਇਹਨਾਂ ਦੇ ਬਿਆਨ ਆ, ਇਹ ਕਹਿ ਸਕਦੇ ਆ ਕਿ ਮੂਰਖਤਾ ਉਹਨਾਂ ਲੋਕਾਂ ਦੀ ਮੰਨ ਲਈਏ ਜਿਨ੍ਹਾਂ ਨੇ ਇਹਨਾਂ ਨੂੰ ਏਦਾਂ ਦੇ ਅਹੁਦਿਆਂ ਤੇ ਬਿਠਾਤਾ, ਇਹਨਾਂ ਨੂੰ ਵੋਟਾਂ ਪਾ ਕੇ ਆਪਣੇ ਜੀਵਨ ਦਾ, ਆਪਣੇ ਭਾਰਤ ਦਾ, ਆਪਣੇ ਭਵਿੱਖ ਦਾ ਫੈਸਲਾ ਕਰਨ ਲਈ ਚੁਣ ਕੇ ਇਹਨਾਂ ਨੂੰ ਮੂਹਰੇ ਕਰ ਦਿੱਤਾ। ਬਹੁਤ ਹੀ ਮਤਲਬ ਬੇਸ਼ਰਮੀ ਵਾਲੇ ਬਿਆਨ ਕਹਿ ਸਕਦੇ ਆ, ਹੋਰ ਇਦੋਂ ਵੱਧ ਹੁਣ ਆਪਾਂ ਨੇ ਕੀ ਕਹਿ ਦਈਏ। ਬਿਲਕੁਲ ਸਾਹਿਬ, ਪਿਛਲੇ ਹਫਤੇ ਯੂਪੀ ਦੇ ਇੱਕ MLA ਨੇ ਸੁਰਿੰਦਰ ਸਿੰਘ, ਉਹਨਾਂ ਦੀ ਵੀ ਇੱਕ ਵੀਡੀਓ ਵਾਇਰਲ ਹੋਈ ਸੀ, ਉਹ ਵੀ ਕਹਿੰਦੇ ਸੀ ਵੀ ਗਊ ਮੂਤਰ ਪੀਓ ਤੇ ਕਰੋਨਾ ਭਜਾਓ। ਕੀ ਇਹਨਾਂ ਨੇ ਵਾਰੀਆਂ ਰੱਖ ਲਈਆਂ ਨੇ ਹਫ਼ਤਾਵਾਰੀ ਗਊ ਮੂਤਰ ਦੀ ਪ੍ਰਮੋਸ਼ਨ ਕਰਨ ਦੀਆਂ, ਮਸ਼ਹੂਰੀਆਂ ਕਰਨ ਦੀਆਂ? ਬਸ ਜੀ ਹੁਣ ਮੂਰਖਤਾ ਹੀ ਕਹੀ ਜਾ ਸਕਦੀ ਆ। ਇਹ ਲੋਕ ਜਦੋਂ ਇਹ ਇਦਾਂ ਦੀਆਂ ਗੱਲਾਂ ਕਰਦੇ ਸਬਲੀਨ ਜੀ, ਤੁਸੀਂ ਮੰਨ ਕੇ ਦੇਖੋ ਕਿ ਸਾਡੇ ਬਾਹਰ ਦੇ ਦੇਸ਼ਾਂ ਦੇ ਵਿੱਚ ਜਾਂ ਦੁਨੀਆ ਜਿਹੜੀ ਇਸ ਵੇਲੇ ਭਾਰਤ ਨੂੰ ਦੇਖ ਰਹੀ ਹੈ, ਭਾਰਤ ਇਸ ਵੇਲੇ ਪੂਰਾ ਇਸ ਮਹਾਮਾਰੀ ਦਾ ਕੇਂਦਰ ਬਿੰਦੂ ਬਣ ਚੁੱਕਾ ਆ। ਵੱਖ-ਵੱਖ ਦੇਸ਼ਾਂ ਤੋਂ ਜਿਹੜੀਆਂ ਮਦਦਾਂ ਆ ਰਹੀਆਂ, ਵੱਖ-ਵੱਖ ਦੇਸ਼ਾਂ ਤੋਂ ਜਿਹੜਾ ਇਸ ਲਈ ਕੋਵਿਡ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਆ, ਕਿਉਂਕਿ ਜਿੱਡੀ ਵੱਡੀ ਸਟਰੈਂਥ, ਜਿੱਡੀ ਵੱਡੀ ਆਬਾਦੀ, ਜਿੱਡਾ ਸਾਡਾ ਜਨਸੰਖਿਆ ਹੈ, ਉਹਦੇ ਮੁਕਾਬਲੇ ਸਾਡੇ ਕੋਲ ਪ੍ਰਬੰਧ ਤਾਂ ਸਰਕਾਰਾਂ ਦਾ ਕੋਈ ਹੀ ਨਹੀਂਗਾ, ਹਨਾ? ਜਾਂ ਤਾਂ ਫਿਰ ਆਪਾਂ ਇਹ ਗੱਲ ਕਰ ਲੈਣ ਵੀ ਲੈ ਵੀ ਇਹ ਗਊ ਮੂਤਰ ਤੇ ਗੋਹਾ, ਇਹ ਦੋਨੇ ਚੀਜ਼ਾਂ ਭਾਰਤ ਦੇ ਵਿੱਚ ਸਫੀਸ਼ੀਐਂਟ ਆ, ਬਾਕੀ ਜਿੰਨੀ ਫਾਰਮਾਸਿਊਟੀਕਲ ਆ, ਜਿੰਨੀ ਮੈਡੀਕਲ ਲਾਈਨ ਆ, ਉਹ ਸਾਰੀਆਂ ਨੂੰ ਜਿੰਦੇ ਤਾਲੇ ਲਾ ਕੇ ਬੰਦ ਕਰ ਦੇਣਾ ਚਾਹੀਦਾ। ਕਿਉਂਕਿ ਇਹਨਾਂ ਦੇ ਜੇ ਗਊ ਮੂਤਰ ਦੇ ਨਾਲ, ਇਹਨਾਂ ਦੇ ਗੋਬਰ ਦੇ ਨਾਲ ਜੇ BJP ਵਾਲਿਆਂ ਦੇ ਨਾਲ ਇਲਾਜ ਹੁੰਦੇ ਆ ਤਾਂ ਫਿਰ ਇੰਨਾ ਜਿਹੜਾ ਪੈਸਾ ਸਰਕਾਰਾਂ ਵੱਲੋਂ, ਸੂਬਾ ਸਰਕਾਰਾਂ ਵੱਲੋਂ 400 ਰੁਪਏ ਦੇ ਨੇੜੇ ਤੇੜੇ ਦਾ ਇੰਜੈਕਸ਼ਨ ਦਾ ਰੇਟ ਸੀਗਾ, ਉਹ ਇੰਨਾ ਖਰਚਿਆ ਜਾ ਰਿਹਾ, ਇੰਨੇ ਵੱਡੇ ਪ੍ਰਬੰਧ ਕੀਤੇ ਜਾ। ਤੇ ਆ ਜਿਹੜਾ ਗੋਦੀ ਮੀਡੀਆ ਆ, ਜਿਹੜਾ ਰੋਜ਼ ਟਰੱਕ ਭਰ ਕੇ ਆਕਸੀਜਨ ਦੇ ਕਦੀ ਕਿਸੇ ਹਸਪੀਟਲ ਨੂੰ ਉਡਾਉਣ ਦਾ ਵੀ ਮੋਦੀ ਨੇ ਆਹ ਆਰਮੀ ਲਾਤੀ, ਨੇਵੀ ਲਾਤੀ, ਹਨਾ, ਤੇ ਜਲ ਸੈਨਾ, ਵਾਯੂ ਸੈਨਾ ਸਾਰੇ ਲਾਤੇ ਆ, ਫਿਰ ਉਹਨਾਂ ਦੀ ਜ਼ਰੂਰਤ ਹੀ ਕੋਈ ਨਹੀਂ। ਫਿਰ ਤਾਂ ਉਹਨਾਂ ਨੂੰ ਕਹਿਣਾ ਵੀ ਆ ਮੋਢਿਆਂ ਤੇ ਚੱਕੋ ਜਿਹੜੇ ਆਕਸੀਜਨ ਦੇ ਸਿਲੰਡਰ ਆ, ਜਿਹੜੀ ਸਾਡੀ ਸਿੱਖ ਕਮਿਊਨਿਟੀ ਸਾਰੇ ਭਾਰਤ ਵਿੱਚ ਜਿੱਥੇ ਵੀ ਬੈਠੀ ਆ, ਖਾਸ ਕਰਕੇ ਦਿੱਲੀ ਦੇ ਵਿੱਚ, ਮੋਢਿਆਂ ਤੇ ਚੱਕ ਕੇ ਸਿੱਖ ਕਮਿਊਨਿਟੀ ਇਸ ਵੇਲੇ ਸਿਲੰਡਰ ਉਹਨਾਂ ਲੋਕਾਂ ਨੂੰ ਦੇ ਰਹੀ ਆ, ਵੰਡ ਰਹੀ ਆ, ਜਿਨ੍ਹਾਂ ਲੋਕਾਂ ਨੇ 1984 ਦੇ ਵਿੱਚ ਇਹ ਗਲਾਂ 'ਚ ਟਾਇਰ ਪਾ ਕੇ ਇਸ ਕਮਿਊਨਿਟੀ ਨੂੰ ਮਤਲਬ ਬਦਨਾਮ ਵੀ ਕੀਤਾ ਤੇ ਨਰਸੰਹਾਰ ਵੀ ਕੀਤਾ। ਤੁਸੀਂ ਦੇਖਦੇ ਆ ਕਿ ਹੁਣ ਇਹਨਾਂ ਲੋਕਾਂ ਨੂੰ ਇੱਕ ਫਿੱਟ ਲਾਉਣ ਤੇ ਪਾਈ ਜਾ ਸਕਦੀ ਆ। ਹੁਣ ਇਦੋਂ ਵੱਧ ਇਹਨਾਂ ਨੂੰ ਹੁਣ ਆਪਾਂ ਕੀ ਕਹਿ ਦਈਏ ਜੀ। ਬਿਲਕੁਲ ਸਾਹਿਬ, ਯੂਪੀ ਤੋਂ ਇੱਕ ਭਾਜਪਾ ਵਿਧਾਇਕ ਨੇ ਰਾਕੇਸ਼ ਰਾਠੌਰ, ਉਹ ਅੱਜ ਕੱਲ੍ਹ ਬੜੇ ਸੋਸ਼ਲ ਮੀਡੀਆ ਤੇ ਸੁਰਖੀਆਂ 'ਚ ਛਾਏ ਹੋਏ ਨੇ। ਕੀ ਕਹਿਤਾ ਉਹਨਾਂ ਨੇ ਇਹੋ ਜਿਹਾ? ਤਵਲੀਨ ਜੀ, ਗੱਲ ਇਸ ਤਰ੍ਹਾਂ ਆ ਵੀ ਕਹਿੰਦੇ ਹੁੰਦੇ ਨਾ, ਜਦੋਂ ਥੋੜਾ ਜਿਹਾ ਕਿਤੇ ਗੁੰਮ ਉੱਠਿਆ ਹੋਵੇ ਤੇ ਜੇ ਗੁੰਮ ਦਾ ਨਾ ਅੰਦਰੋਂ ਇਲਾਜ ਨਾ ਹੋਵੇ ਤਾਂ ਉੱਪਰੋਂ ਪੱਟੀ ਕਰਕੇ ਉਹਨੂੰ
ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਫਿਰ ਅੰਦਰੋਂ ਅੰਦਰ ਹੀ ਉਹ ਉਬਲਦਾ ਆ ਤੇ ਉਹਦੇ ਵਿੱਚ ਜਲਾਟ ਪੈਂਦਾ ਆ। ਤੇ ਇਹ ਹੁਣ ਬੀਜੇਪੀ ਦਾ ਜਿੱਦਾਂ ਦਾ 7 ਸਾਲ ਦੇ ਸ਼ਾਸਨ ਦੇ ਵਿੱਚ ਸਿਰਫ 2 ਬੰਦੇ ਜਿਹੜੇ ਜਿਵੇਂ ਕਹਿੰਦੇ ਅਮਿਤ ਸ਼ਾਹ ਤੇ ਮੋਦੀ ਤੋਂ ਬਿਨਾਂ ਜਿਹੜੀ ਬੀਜੇਪੀ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਤੀਸਰੇ ਬੰਦੇ ਦੀ ਸੁਣਨ ਨੂੰ ਗੱਲ ਹੈ ਹੀ ਨਹੀਂ ਕੋਈ। ਤੇ ਇਹ ਹੌਲੀ ਹੌਲੀ ਉਹ ਨਾ ਅੰਦਰਲਾ ਇੱਕ ਜਲਾਟ ਜਿਹੜਾ ਉੱਭਰ ਰਿਹਾ ਆ। ਜਿਹੜੇ ਸੀਤਾਪੁਰ ਦੇ ਵਿਧਾਇਕ ਦੀ ਤੁਸੀਂ ਗੱਲ ਕੀਤੀ ਆ, ਉਹਨੇ ਵੀ ਇੱਕੋ ਗੱਲ ਕੀਤੀ ਆ ਵੀ ਜੇ ਤੁਹਾਨੂੰ ਲੱਗਦਾ ਆ ਕਿ ਵਿਧਾਇਕ ਨੂੰ ਕਿਤੇ ਬੋਲਣ ਦਾ ਕਿਤੇ ਕੋਈ ਮੌਕਾ ਦਿੰਦੇ ਆ, ਜਾਂ ਕਹਿ ਸਕਦੇ ਆ ਕਿ 2022 ਦੇ ਪੰਜਾਬ ਦੇ ਨਾਲ ਹੀ ਯੂਪੀ 'ਚ ਵੀ ਇਲੈਕਸ਼ਨ ਆ ਨਾ, ਇਲੈਕਸ਼ਨ ਦੇ ਵਿੱਚ ਜਿੰਨਾ ਇਸ ਵੇਲੇ ਰਿਪੋਰਟਾਂ ਜਾਂ ਖਬਰਾਂ ਆ ਰਹੀਆਂ ਕਿ ਜੋਗੀ ਦਾ ਵਿਰੋਧ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਆ। ਸਿਰਫ ਸਮੱਸਿਆ ਇੱਕੋ ਹੀ ਆ ਵੀ ਜਿਸ ਤਰ੍ਹਾਂ ਤਾਨਾਸ਼ਾਹੀ ਦੇ ਨਾਲ ਇਸ ਵੇਲੇ ਬੀਜੇਪੀ ਚਲਾਈ ਜਾ ਰਹੀ ਆ, ਇਹ ਇਹਨਾਂ ਦੇ ਕਹਿ ਸਕਦੇ ਬੀਜੇਪੀ ਦੇ ਇਤਿਹਾਸ ਵਿੱਚ ਵੀ ਪਹਿਲਾਂ ਚਾਹੇ ਅਟਲ ਬਿਹਾਰੀ ਵਾਜਪਾਈ ਤੋਂ ਲੈ ਲਈਏ ਆਪਾਂ, ਤੇ ਚਾਹੇ ਅਡਵਾਨੀ ਜੀ ਤੋਂ ਲੈ ਲਈਏ, ਤੇ ਚਾਹੇ ਦੂਸਰੇ ਸੀਗੇ ਨਿਤਨ ਗਡਕਰੀ ਇਹਨਾਂ ਦੇ ਪ੍ਰੈਜ਼ੀਡੈਂਟ ਰਹੇ, ਕਿਸੇ ਸਮੇਂ ਵੀ ਏਦਾਂ ਦੀ ਬੀਜੇਪੀ ਵਿੱਚ ਸਥਿਤੀ ਪੈਦਾ ਨਹੀਂ ਸੀ ਹੋਈ ਵੀ ਇਹਦੇ ਵਿੱਚ ਬੈਠ ਕੇ ਕੋਈ ਆਪਣਾ ਵਿਚਾਰ ਹੀ ਨਾ ਰੱਖ ਸਕੇ। ਉਹ ਵਿਧਾਇਕ ਨੇ ਇੱਕੋ ਹੀ ਗੱਲ ਕਹੀ ਆ ਕਿ ਜਦੋਂ ਵੀ ਮੈਂ ਕੋਈ ਸੱਚ ਬੋਲੂੰਗਾ ਤੇ ਮੇਰੇ ਤੇ ਵੀ ਦੇਸ਼ ਦਰੋਹੀ ਜਿਹੜੀ ਲਾ ਕੇ ਆ ਉਹ ਦੂਸਰਾ ਕਰ ਦਿੱਤਾ ਜਾਊਗਾ, ਕੇਸ ਬਣਾ ਕੇ ਮੈਨੂੰ ਵੀ ਅੰਦਰ ਰੱਖ ਦਿੱਤਾ ਜਾਊਗਾ। ਇਹ ਜਿਹੜੀਆਂ ਗੱਲਾਂ ਜਾਂ ਆਵਾਜ਼ਾਂ ਆ ਰਹੀਆਂ ਸਬਲੀਨ ਜੀ, ਇਹ ਦੱਸ ਰਹੀਆਂ ਆ ਕਿ ਬੀਜੇਪੀ ਦੇ ਅੰਦਰ ਵੀ ਸਭ ਕੁਝ ਅੱਛਾ ਨਹੀਂ ਹੈ। ਬਿਲਕੁਲ ਸਾਹਿਬ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਿਲਗਾ ਸਾਹਿਬ, ਜੇ ਗੱਲ ਪੱਛਮੀ ਬੰਗਾਲ ਦੀ ਕਰੀਏ ਤੇ ਤ੍ਰਿਣਮੂਲ ਕਾਂਗਰਸ ਆਗੂਆਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਉੱਥੇ ਮਾਹੌਲ ਕਿਦਾਂ ਦੇ ਨੇ? ਸਬਲੀਨ ਜੀ, ਗੱਲ ਇਸ ਤਰ੍ਹਾਂ ਆ ਕਿ ਪੱਛਮੀ ਬੰਗਾਲ ਦੀ ਜਿੱਡੀ ਵੱਡੀ ਬੀਜੇਪੀ ਜਿੱਤ ਦੀ ਆਸ ਲਾਈ ਬੈਠੀ ਸੀਗੀ, ਤੇ ਜਦੋਂ ਉਹ ਆਸ ਟੁੱਟ ਗਈ ਤੇ ਬੰਗਾਲ ਦੇ ਲੋਕਾਂ ਨੇ ਉੱਥੋਂ ਇਹਨਾਂ ਨੂੰ ਮੂਧੇ ਮੂੰਹ ਸੁੱਟਿਆ, ਤੇ ਹੁਣ ਜਿਹੜੀ ਉਹ ਪੱਛਮੀ ਬੰਗਾਲ ਦੀ ਵਿਧਾਨ ਸਭਾ ਇਲੈਕਸ਼ਨ ਦੀ ਹਾਰ ਆ, ਉਹ ਬੀਜੇਪੀ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ। ਇਸ ਕਰਕੇ ਕਦੀ ਰਾਜਪਾਲ ਦੇ ਰਾਹੀਂ ਤੰਗ ਕੀਤਾ ਜਾ ਰਿਹਾ ਮਮਤਾ ਬੈਨਰਜੀ ਸਰਕਾਰ ਨੂੰ, ਤੇ ਚਾਹੇ ਫਿਰ ਹੁਣ CBI, ED ਜਾਂ ਹੋਰ ਜਿਹੜੀਆਂ ਸੈਂਟਰ ਦੀਆਂ ਵੱਖ-ਵੱਖ ਏਜੰਸੀਆਂ ਉਹਨਾਂ ਰਾਹੀਂ ਉੱਥੇ ਦੇ ਮਮਤਾ ਬੈਨਰਜੀ ਦੇ ਮੰਤਰੀਆਂ ਨੂੰ, ਵਿਧਾਇਕਾਂ ਨੂੰ ਜਾਂ ਉਹਨਾਂ ਦੇ ਲੀਡਰਾਂ ਨੂੰ ਤੰਗ ਕੀਤਾ ਜਾ ਰਿਹਾ। ਤੁਸੀਂ ਗੱਲ ਕਰ ਰਹੇ ਸੀ ਜਿਹੜੀ ਕਿ ਉੱਥੇ ਇਸ ਵੇਲੇ ਗ੍ਰਿਫਤਾਰੀਆਂ ਹੋ ਰਹੀਆਂ, ਕਿ ਇੱਕ ਨਾਰਦਾ ਸਟਿੰਗ ਮਾਮਲਾ ਆਇਆ ਸੀਗਾ ਜਿਹਦੇ ਵਿੱਚ ਕੁਝ ਲੀਡਰ ਜਿਹੜੇ ਸੀਗੇ ਉਹ ਦੋਸ਼ੀ ਪਾਏ ਗਏ ਜਾਂ ਉਹਨਾਂ ਤੇ ਸ਼ੱਕ ਦੀ ਸੂਈ ਸੀ। ਹੁਣ ਹਾਲਾਤ ਇਦਾਂ ਦੇ ਹੋ ਗਏ ਕਿ ਪੱਛਮੀ ਬੰਗਾਲ ਹਾਰਨ ਤੋਂ ਬਾਅਦ ਚੁਣ ਕੇ CBI ਰਾਹੀਂ ਤੇ ਸਰਕਾਰੀ ਡੰਡੇ ਦੇ ਰਾਹੀਂ ਉੱਥੇ ਦੇ ਲੋਕਲ ਮੰਤਰੀਆਂ ਨੂੰ, ਵਿਧਾਇਕਾਂ ਨੂੰ ਜਾਂ ਮਮਤਾ ਬੈਨਰਜੀ ਜਿਹੜੇ ਖਾਸ ਲੋਕ ਹਨ ਉਹਨਾਂ ਨੂੰ ਅਰੈਸਟ ਕੀਤਾ ਜਾ ਰਿਹਾ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਦੋਸ਼ੀ ਨਾਮਜ਼ਦ ਕੀਤਾ ਜਾ ਰਿਹਾ। ਤ੍ਰਿਣਮੂਲ ਕਾਂਗਰਸ ਦਾ ਜਾਂ ਮਮਤਾ ਬੈਨਰਜੀ ਦਾ ਇੱਕ ਕਹਿਣ ਆ ਕਿ ਜੇਕਰ ਕੋਈ ਕਿਸੇ ਤਰ੍ਹਾਂ ਦੀ ਗੜਬੜੀ ਹੋਈ ਆ ਤੇ ਇਹ ਸਭ ਤੇ ਇੱਕ ਜਿਹੀ ਕਾਰਵਾਈ ਹੋਣੀ ਚਾਹੀਦੀ ਆ। ਆਪਾਂ ਚਿੱਟ ਫੰਡ ਮਾਮਲੇ 'ਚ ਦੇਖਿਆ ਸੀ ਮੁਕਲ ਰਾਏ ਦੇ ਕਿੱਦਾਂ ਉਹਨਾਂ ਨੇ ਬੀਜੇਪੀ ਨੇ ਧੌਣ ਤੇ ਗੋਡਾ ਰੱਖ ਕੇ ਉਹਨੂੰ ਬੀਜੇਪੀ 'ਚ ਸ਼ਾਮਲ ਕਰਾਇਆ ਸੀ, ਤੇ ਨਾਲ ਹੀ ਉਹ ਗੰਗਾ ਨਹਾਤਾ ਹੋ ਗਿਆ ਜਾਂ ਦੁੱਧ ਨਹਾਤਾ ਹੋ ਗਿਆ, ਤੇ ਉਸ ਤੋਂ ਬਾਅਦ ਮੁਕਲ ਰਾਏ ਦੀ ਕਿਸੇ CBI ਨੇ ਜਾਂ ED ਨੇ ਉਹਦੀ ਹਵਾ ਵੱਲ ਵੀ ਨਹੀਂ ਦੇਖਿਆ। ਸਮੱਸਿਆ ਇੱਕ ਆ ਕਿ ਸਾਡੀ ਰਾਜਨੀਤੀ ਦੇ ਵਿੱਚ ਜਿਸ ਤਰ੍ਹਾਂ ਕੇਂਦਰੀ ਏਜੰਸੀਆਂ ਦਾ ਦੁਰਵਰਤੋਂ ਹੁੰਦੀ ਆ, ਦੁਰਵਰਤੋਂ ਹੋਣ ਤੋਂ ਬਾਅਦ ਫਿਰ ਇੱਕੋ ਹੀ ਹੁੰਦਾ ਆ ਵੀ ਜਾਂ ਤਾਂ ਸਾਡੇ ਸ਼ਾਮਲ ਹੋ ਜਾਓ, ਫਿਰ ਤੁਸੀਂ ਪਾਕ ਸਾਫ਼ ਹੋ, ਤੇ ਜੇ ਤੁਸੀਂ ਕਿਸੇ ਵਿਰੋਧੀ ਦਲ ਦੇ ਨਾਲ ਆ ਤਾਂ ਫਿਰ ਤੁਹਾਡਾ ਤੇ ਹਰ ਤਰ੍ਹਾਂ ਦਾ ਤਸ਼ੱਦਦ, ਹਰ ਤਰ੍ਹਾਂ ਦੀ ਤੁਹਾਨੂੰ ਖਮਿਆਜਾ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ। ਮਮਤਾ ਬੈਨਰਜੀ ਦਾ ਇਹ ਕਹਿਣਾ ਕਿ ਮੁਕਲ ਰਾਏ ਤੇ ਸ਼ਿਵੇਂਦੂ ਅਧਿਕਾਰੀ ਤੇ ਉਸ ਸਾਰੀ ਕਾਰਵਾਈ ਕਿਉਂ ਨਹੀਂ ਹੋ ਰਹੀ, ਕਿ ਸਿਰਫ ਮਮਤਾ ਬੈਨਰਜੀ ਦੇ ਲੀਡਰਾਂ ਨੂੰ ਹੀ ਟਾਰਗੇਟ ਕਿਉਂ ਕੀਤਾ ਜਾ ਰਿਹਾ। ਉਹ ਤੇ ਫਿਰ ਮਮਤਾ ਬੈਨਰਜੀ ਨੇ ਆਪਣਾ ਬਹੁਤ ਵੱਡਾ ਰੋਸ ਦਰਜ ਕੀਤਾ। ਅੱਛਾ, ਹੋਰ ਸੁਣੋ, ਜਦੋਂ ਸਥਾਨਕ ਅਦਾਲਤ ਵੱਲੋਂ ਸੰਬੰਧਿਤ ਜਿਹੜੇ ਅਰੈਸਟ ਕੀਤੇ ਹੋਏ ਮਮਤਾ ਦੇ ਸਾਥੀ ਸੀ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਆ, ਤੇ ਉਸੇ ਵੇਲੇ ਉਸ ਕੇਸ ਨੂੰ ਹਾਈ ਕੋਰਟ 'ਚ ਪੁੱਟ ਕਰਕੇ ਤੇ ਉੱਥੋਂ ਫਿਰ ਉਹ ਜ਼ਮਾਨਤ ਜਿਹੜੀ ਕੈਂਸਲ ਕਰਵਾ ਦਿੱਤੀ ਆ। ਇਹ ਤੋਂ ਇਹ ਲੱਗ ਰਿਹਾ ਆ ਕਿ ਮਾਮਲਾ ਜਿਹੜਾ ਇਸ ਵੇਲੇ ਪੱਛਮੀ ਬੰਗਾਲ ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਬੀਜੇਪੀ ਹਾਰੀ ਆ, ਉਹ ਜਿਹੜਾ ਇਸ ਵੇਲੇ ਇਹਨਾਂ ਦੇ ਕਹਿ ਸਕਦੇ ਆ ਕਿ ਉਹ ਮਸਲਾ ਹਜਮ ਨਹੀਂ ਹਾਰ ਹੋ ਰਹੀ ਇਹਨਾਂ ਨੂੰ। ਹਜਮ ਹਾਰ ਜੇ ਹੋ ਜਾਂਦੀ ਤੇ ਸ਼ਾਇਦ ਇਹ ਹੁਣ ਦੀਆਂ ਸਥਿਤੀਆਂ ਜਿਹੜੀਆਂ ਪੈਦਾ ਹੋ ਰਹੀਆਂ ਇਹ ਨਾ ਹੁੰਦੀਆਂ। ਕਦੀ ਤਾਂ ਉਹ ਸਰਕਾਰ ਨੂੰ ਕਹਿ ਰਹੀ ਕਿ ਇਹ ਦੰਗੇ ਹੋ ਰਹੇ, ਸਰਕਾਰ ਮਮਤਾ ਸਾਂਭਲ ਨਹੀਂ ਰਹੀ ਵਿੱਚੋਂ, ਇਦਾਂ ਦੇ ਸਾਰੇ ਆਪਾਂ ਪਿਛਲੇ 8-10 ਦਿਨ ਦੇ ਵਿੱਚ 15 ਦਿਨ 'ਚ ਦੇਖਦੇ ਆਏ ਆ। ਪਰ ਇਹ ਕਹਿ ਸਕਦੇ ਆ ਕਿ ਉੱਥੇ ਦੀ ਹਾਰ ਜਿਹੜੀ ਇਸ ਵੇਲੇ ਬੀਜੇਪੀ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ, ਤੇ ਉਹਦਾ ਹੀ ਨਤੀਜਾ ਹੈ ਕਿ ਇਸ ਵੇਲੇ ਕੇਂਦਰੀ ਏਜੰਸੀਆਂ ਰਾਹੀਂ ਮਮਤਾ ਬੈਨਰਜੀ ਦੇ ਸਾਥੀਆਂ ਨੂੰ ਉੱਥੇ ਤੰਗ ਪਰੇਸ਼ਾਨ ਕਰਕੇ
ਕਹਿ ਸਕਦੇ ਹਾਂ ਕਿ ਇੱਕ ਇਦਾਂ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਕਿ ਸਰਕਾਰ ਦੇ ਉੱਤੇ ਕੇਂਦਰੀ ਏਜੰਸੀਆਂ ਦਾ ਡੰਡਾ ਵੀ ਇੱਕ ਤਲਵਾਰ ਵਾਂਗੂ ਲਟਕਦਾ ਰਹੇ, ਤੇ ਨਾਲ ਹੀ ਜਿਹੜਾ ਉੱਤੇ ਬੀਜੇਪੀ ਦਾ ਲਾਇਆ ਹੋਇਆ ਗਵਰਨਰ ਆ, ਕਦੀ ਉਹਦੇ ਰਾਹੀਂ ਤੇ ਕਦੀ ਸੀਬੀਆਈ ਰਾਹੀਂ ਤੇ ਕਦੀ ਈਡੀ ਰਾਹੀਂ ਤ੍ਰਿਣਮੂਲ ਦੇ ਕਾਂਗਰਸ ਜਿਹੜੇ ਆ ਟਾਰਗੇਟ ਕੀਤੇ ਜਾ ਰਹੇ ਆ। ਪਰ ਉੱਥੇ ਦੇ ਲੋਕ ਜਿੱਦਾਂ ਇਲੈਕਸ਼ਨ ਦੇ ਵਿੱਚ ਮਮਤਾ ਬੈਨਰਜੀ ਦੇ ਨਾਲ ਡਟ ਕੇ ਖੜੇ ਰਹੇ ਆ, ਇਸ ਵੇਲੇ ਵੀ ਉਹ ਹਰ ਹੈੱਡਕੁਆਟਰ ਸੀਬੀਆਈ 'ਚ ਧਰਨੇ ਲਾ ਰਹੇ ਆ ਤੇ ਪਾਰਟੀ ਦੇ ਨਾਲ ਜਾਂ ਮਮਤਾ ਬੈਨਰਜੀ ਦੇ ਨਾਲ ਲੋਕ ਖੜੇ ਹਨ। ਜੀ ਬਿਲਕੁਲ ਸਾਹਿਬ, ਜੇ ਗੱਲ ਕਰੀਏ ਆਪਣੇ ਸੂਬੇ ਪੰਜਾਬ ਦੀ ਸਿਆਸਤ ਦੀ, ਤੇ ਕਦੇ ਸਿੱਧੂ, ਕਦੇ ਪ੍ਰਗਟ ਤੇ ਕਦੇ ਚੰਨੀ, ਇਹਨਾਂ ਨੂੰ ਲਗਾਤਾਰ ਨਿਸ਼ਾਨੇ ਤੇ ਲਿਆ ਜਾ ਰਿਹਾ ਆ, ਕੀ ਕਹਿਣਾ ਚਾਹੋਗੇ? ਤਵਲੀਨ ਜੀ, ਇਹ ਸਾਡੇ ਪੰਜਾਬ ਲਈ ਵੀ ਇੱਕ ਕਹਿ ਸਕਦੇ ਹਾਂ ਕਿ ਬਹੁਤ ਮੰਦਭਾਗੀ ਸਥਿਤੀ ਆ। ਪਿਛਲੇ ਕਹਿ ਸਕਦੇ ਕਿ ਨਵੰਬਰ ਤੋਂ ਲੈ ਕੇ ਹੁਣ ਤੱਕ 6 ਮਹੀਨੇ ਪੂਰੇ ਹੋਣ ਜਾ ਰਹੇ ਆ 26 ਮਈ ਨੂੰ ਦਿੱਲੀ ਗਿਆ ਹੋਇਆ ਕਿਸਾਨਾਂ ਨੂੰ। ਦਿੱਲੀ ਦੀਆਂ ਬਰੂਹਾਂ ਤੇ ਕਿਉਂ ਪਹੁੰਚੇ, ਜਾਂ ਦਿੱਲੀ ਦੇ ਕਹਿ ਸਕਦੇ ਆ ਕਿ ਉਹਨਾਂ ਸੜਕਾਂ ਤੇ ਇਸ ਵੇਲੇ ਕਿਸਾਨ ਕਿਉਂ ਰੁਲ ਰਹੇ ਆ? ਉੱਥੇ ਅੱਤ ਦੀ ਠੰਡ ਵੀ ਝੱਲੀ, ਅੱਤ ਦੇ ਜਦੋਂ ਬਰਸਾਤਾਂ ਮੀਂਹ ਆਏ ਆ ਸਿਆਲਾਂ ਦੇ ਵਿੱਚ, ਉੱਥੇ ਠੁਰ ਕਰਦੇ ਉਹਨੀ ਰਾਤਾਂ ਵੀ ਆਪਣੀਆਂ ਕੱਢੀਆਂ, ਤੇ ਅੱਜ ਵੀ ਕਹਿਰ ਦੀ ਗਰਮੀ ਵਿੱਚ, ਤਾਂ ਕਹਿਰ ਦੀ ਗਰਮੀ ਵਿੱਚ ਜਿੱਦਣ ਹੁਣ ਬਰਸਾਤ ਹੋਈ ਆ, ਉਦਣ ਵੀ ਹਾਲਾਤ ਉੱਥੇ ਇੰਨੇ ਭਿਅੰਕਰ ਸੀ ਕਿ ਖਾਣ ਪੀਣ ਤੋਂ ਲੈ ਕੇ ਸਾਰਾ ਸਮਾਨ ਜਿਹੜਾ ਸੀ ਉਹ ਉੱਥੇ ਸੜਕਾਂ ਤੇ ਜਿਹੜੇ ਬੈਠੇ ਕਿਸਾਨ ਉਹਨਾਂ ਦਾ ਗਿੱਲਾ ਹੋ ਗਿਆ, ਤੇ ਆਪਣੇ ਆਪ ਨੂੰ ਨਹੀਂ 2-4 ਦਿਨ ਦੇ ਵਿੱਚ ਕਿੱਦਾਂ ਦੁਬਾਰਾ ਆਪਣੇ ਲੀਹ ਤੇ ਲੈ ਕੇ ਆਂਦਾ, ਇਹ ਤਾਂ ਉਹ ਲੋਕ ਹੀ ਜਾਣਦੇ ਆ ਜਿਹੜੇ ਉੱਥੇ ਅੰਦੋਲਨ ਦੇ ਵਿੱਚ ਬੈਠੇ ਆ। ਪਰ ਇਹਦੇ ਜ਼ਿੰਮੇਵਾਰ ਕੌਣ ਆ? ਜਿੱਦਣ ਸਰਕਾਰਾਂ ਨੂੰ ਚਿੱਠੀਆਂ ਪਾਈਆਂ ਜਾ ਰਹੀਆਂ ਸੀ, ਚਾਹੇ ਉਹ ਪਹਿਲੀ ਸਰਕਾਰ ਚਾਹੇ ਅੱਜ ਦੀ ਸਰਕਾਰ ਸੀ, ਜੇ ਇਹਨਾਂ ਲੀਡਰਾਂ ਨੇ, ਇਹਨਾਂ ਨੇਤਾਵਾਂ ਨੇ ਉਸ ਵੇਲੇ ਇਹਨਾਂ ਬਿੱਲਾਂ ਦੀ ਗੰਭੀਰਤਾ ਨੂੰ ਜਾਂ ਇਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਭਿਆਨਕ ਮਾਰ ਪੈਣੀ ਸੀ ਕਿਸਾਨੀ ਨੂੰ, ਉਹਨੂੰ ਸਮਝਿਆ ਹੁੰਦਾ, ਤੇ ਅੱਜ ਜਿਹੜੇ ਕਿਸਾਨ ਆਪੋ ਆਪਣੇ ਘਰੀਂ ਆਪਣੇ ਬੱਚਿਆਂ 'ਚ ਬੈਠੇ ਹੁੰਦੇ। ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਹਾਲਾਤ ਕੈਪਟਨ ਵਰਸਸ ਸਿੱਧੂ ਬਣੇ ਹੋਏ ਆ, ਜਾਂ ਸਿੱਧੂ ਵਰਸਨ ਰਵਨੀਤ ਬਿੱਟੂ ਬਣੇ ਹੋਏ ਆ, ਤੇ ਜਾਂ ਹੋਰ 2-3 ਧੜੇ ਬਣੇ ਹੋਏ ਆ, ਇਹ ਜਿਹੜੀ ਵੱਡੀ ਇਸ ਵੇਲੇ ਕਹਿ ਸਕਦੇ ਹਾਂ ਕਿ ਜਿੰਨੀ ਮਹਾਮਾਰੀ ਦੇ ਨਾਲ ਇਸ ਵੇਲੇ ਪੰਜਾਬ ਦੇ ਲੋਕ ਜੂਝ ਰਹੇ ਆ, ਕਾਸ਼ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਪਿਛਲੇ 1.5-2 ਮਹੀਨੇ ਤੋਂ, ਕਦੀ ਪੰਚਕੁਲਾ ਮੀਟਿੰਗ ਹੋ ਗਈ, ਕਦੀ ਦੂਸਰੇ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਘਰ ਮੀਟਿੰਗ ਹੋ ਗਈ, ਕਦੀ ਪ੍ਰਗਟ ਸਿੰਘ ਦੇ ਘਰ ਮੀਟਿੰਗ ਹੋ ਗਈ, ਵੱਖ-ਵੱਖ ਥਾਵਾਂ ਤੇ ਮੀਟਿੰਗਾਂ ਜੇ ਇਹੀ ਪੰਜਾਬ ਦੇ ਭਲੇ ਲਈ ਹੋਈਆਂ ਹੁੰਦੀਆਂ ਤੇ ਸ਼ਾਇਦ ਇਹਨਾਂ ਨੂੰ ਲੋਕ ਹੱਥੀਂ ਚੁੱਕਦੇ, ਹੱਥੀਂ ਛਾਵਾਂ ਕਰਦੇ। ਪਰ ਬੜੀ ਦੁੱਖ ਦੀ ਗੱਲ ਹੈ ਕਿ ਇਸ ਵੇਲੇ ਕੁਰਸੀਆਂ ਨੂੰ ਹਥਿਆਉਣ ਦੀ ਲੜਾਈ ਆ, ਕੁਰਸੀਆਂ ਨੂੰ ਬਚਾਉਣ ਦੀ ਲੜਾਈ ਆ, ਜਿਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਪਿਛਲੇ ਦਿਨੀ ਸਿੱਧੂ ਵਰਸਸ ਕੈਪਟਨ ਲੜਾਈ ਬਣੀ ਹੋਈ ਸੀ, ਉਸ ਤੋਂ ਬਾਅਦ ਸਿੱਧੂ ਵਰਸਸ ਰਵਨੀਤ ਬਿੱਟੂ ਬਣਦੀ ਦਿਸੀ, ਵਿੱਚ ਹੀ ਇੱਕ ਦਲਿਤ ਵਰਗ ਦਾ ਜਿਹੜਾ ਹਿੱਸਾ ਸੀ ਉਹ ਆਪਣੀ ਹਿੱਸੇਦਾਰੀ ਦੀ ਮੰਗ ਕਰਨ ਲੱਗ ਗਿਆ, ਜਿਹਦੇ ਵਿੱਚ ਚਰਨਜੀਤ ਚੰਨੀ ਉਹ ਉੱਭਰ ਕੇ ਸਾਹਮਣੇ ਆਏ, ਤੇ ਨਾਲ ਹੀ ਰਾਜਕੁਮਾਰ ਡਾਕਟਰ ਵੇਰਕਾ ਜੀ ਉੱਭਰ ਕੇ ਸਾਹਮਣੇ ਆਏ। ਪਰ ਇਹ ਜਿਹੜੀ ਪਿਛਲੇ 1.5-2 ਮਹੀਨੇ ਦੀ ਲੜਾਈ ਵਿੱਚ ਹੋ ਰਹੀ ਆ, ਇਹਦੇ ਵਿੱਚ ਪੰਜਾਬ ਦੇ ਲੋਕਾਂ ਦੇ ਭਵਿੱਖ ਦਾ ਨਹੀਂ ਕੁਛ ਸੋਚਿਆ ਜਾ ਰਿਹਾ, ਪੰਜਾਬ ਦੇ ਲੋਕ ਇਸ ਐਡੀ ਮਹਾਮਾਰੀ ਦੇ ਨਾਲ ਲੜ ਰਹੇ ਆ ਉਹਦਾ ਨਹੀਂ ਸੋਚਿਆ ਜਾ ਰਿਹਾ, ਉਹਦੀਆਂ ਮੀਟਿੰਗਾਂ ਨਹੀਂ ਹੋ ਰਹੀਆਂ। ਮੀਟਿੰਗਾਂ ਕਾਹਦੇ ਲਈ ਹੋ ਰਹੀਆਂ ਆ? ਕਿ ਸੱਤਾ ਬਚਾ ਕੇ ਕਿੱਦਾਂ ਰੱਖਣੀ ਆ, ਤੇ ਦੂਜਾ ਧੜਾ ਇਹ ਕਹਿ ਰਿਹਾ ਕਿ ਸੱਤਾ ਖੋਹਣੀ ਕਿੱਦਾਂ ਆ। ਆਪਾਂ ਦੇਖੀਏ ਕਿ ਕੱਲ ਜਿੱਦਾਂ ਪ੍ਰਗਟ ਸਿੰਘ ਜਿਹੜੇ MLA ਆ, ਹਾਕੀ ਦੇ ਕਪਤਾਨ ਰਹੇ ਭਾਰਤ ਦੇ 10 ਸਾਲ, ਤੇ ਉਹ ਕਦੀ ਸੋਚ ਕੇ ਦੱਸਣ ਮੁਤਾਬਕ ਨਹੀਂ ਸੀ ਆਏ ਵੀ ਰਾਜਨੀਤੀ ਜਾਣ ਕੇ ਇਦਾਂ ਦੇ ਦਿਨ ਵੀ ਦੇਖਣੇ ਪੈਣਗੇ। ਚਲੋ ਕਿਸੇ ਦੀ ਰਾਜਨੀਤੀ ਨਾਲ ਕੋਈ ਸਹਿਮਤ ਹੋਵੇ ਜਾਂ ਨਾ ਹੋਵੇ, ਪਰ ਹਜੇ ਤੱਕ ਕਹਿ ਸਕਦੇ ਕਿ ਪ੍ਰਗਟ ਸਿੰਘ ਤੇ ਇਦਾਂ ਦਾ ਤਾਂ ਕੋਈ ਇਲਜ਼ਾਮ ਨਹੀਂ ਹੈਗਾ ਨਾ ਵੀ ਉਸ ਬੰਦੇ ਨੇ ਬਹੁਤ ਵੱਡਾ ਕਿਸੇ ਕੋਈ ਮਾਈਨਿੰਗ ਦੇ ਵਿੱਚੋਂ ਆਪਣਾ ਕੋਈ ਹੱਥ ਰੰਗ ਲਿਆ ਆ, ਜਾਂ ਕੋਈ ਬਹੁਤ ਵੱਡਾ ਕੋਈ ਕਿਸੇ ਕੰਪਨੀਆਂ ਦੇ ਨਾਲ ਰਲ ਮਿਲ ਕੇ ਕੋਈ ਬਹੁਤ ਵੱਡੀ ਕੋਈ ਇਦਾਂ ਦੀਆਂ ਮਾਰਾਂ ਮਾਰ ਲਈਆਂ। ਤੇ ਚਾਹੇ ਉਹ ਅਕਾਲੀ ਦਲ 'ਚ ਰਹੇ ਆ, ਤੇ ਤਾਂ ਵੀ ਆਪਣੀ ਆਵਾਜ਼ ਜਿਹੜੀ ਆ ਉਹ ਪੂਰਾ ਕੋਈ ਬਾਕੀ ਨਾ ਉਠਾਉਂਦੇ ਰਹੇ, ਤੇ ਚਾਹੇ ਉਹ ਕਾਂਗਰਸ ਵਿੱਚ ਆ, ਹੁਣ ਵੀ ਉਹਨੇ ਕਦੀ ਅਹੁਦੇ ਦੀ ਲਾਲਚ ਨਹੀਂ ਕੀਤੀ, ਕਦੀ ਉਹਨੇ ਮੰਤਰੀ ਬਣਨ ਦੀ ਲਾਲਚ ਨਹੀਂ ਕੀਤੀ। ਪਰ ਜੇ ਉਹਨੇ ਕਿਸੇ ਤਰ੍ਹਾਂ ਲਿਖਤ ਪੜ੍ਹਤ ਕਰਕੇ ਚਿੱਠੀਆਂ ਸਰਕਾਰ ਨੂੰ ਪਾਈਆਂ, ਕੈਪਟਨ ਅਮਰਿੰਦਰ ਸਿੰਘ ਨੂੰ ਪਾਈਆਂ, ਸਾਰਾ ਕੁਛ ਕੀਤਾ, ਉਸ ਤੋਂ ਬਾਅਦ ਜਦੋਂ ਹਾਲਾਤ ਇਦਾਂ ਦੇ ਬਣ ਗਏ ਆ ਕਿ ਜਿਹੜੇ ਤੁਹਾਡੇ ਪੈਰ 'ਚ ਪੈਰ ਰੱਖਣ, ਰਾਜਨੀਤੀ ਦੇ ਪੈਰ 'ਚ ਪੈਰ ਰੱਖਣ, ਉਹ ਸਾਡੇ ਆ, ਉਹ ਚੰਗੇ ਆ। ਜਿਹੜਾ ਤੁਹਾਨੂੰ ਇੱਕ ਸਵਾਲ ਕਰਦਾ ਆ, ਜਿਹੜਾ ਪੰਜਾਬ ਦੀ ਗੱਲ ਕਰਦਾ ਆ, ਲੋਕਾਂ ਦੇ ਭਲੇ ਦੀ ਗੱਲ ਕਰਦਾ ਆ, ਤੇ ਉਹਨੂੰ ਫਿਰ ਰਾਤ ਨੂੰ 11-11 ਵਜੇ ਮੁੱਖ ਮੰਤਰੀ ਦੇ ਸਹਿਯੋਗੀਆਂ ਵੱਲੋਂ ਫੋਨ ਤੇ ਧਮਕਾਇਆ ਜਾਂਦਾ ਕਿ ਤੇਰੀਆਂ ਫਾਈਲਾਂ ਕੱਢ ਲਈਆਂ ਤੇ ਤੈਨੂੰ ਅਸੀਂ ਹੁਣ ਆਉਣ ਵਾਲੇ ਦਿਨਾਂ 'ਚ ਦੱਸਾਂਗੇ ਸਰਕਾਰਾਂ ਹੁੰਦੀਆਂ ਕੀ ਆ। ਚਾਹੇ ਕਿ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਨਹੀਂ ਕੀਤਾ ਗਿਆ ਇਦਾਂ ਦਾ ਕੋਈ ਫੋਨ। ਜੀ, ਹੁਣ ਸੁਨੀਲ ਜਾਖੜ ਜੀ ਨੇ ਬਿਆਨ ਤਾਂ ਦੇ ਦਿੱਤਾ, ਉਹ ਕਾਂਗਰਸ ਦੇ ਪੰਜਾਬ ਦੇ ਹੈੱਡ ਆ, ਉਹਨਾਂ ਦਾ ਬਣਦਾ ਆ ਬਈ ਉਹ ਇੱਕ ਪਾਰਟੀ ਦੇ ਮੁਖੀ ਆ ਪੰਜਾਬ ਦੇ, ਤੇ ਪਰ ਇਹ ਸੁਨੀਲ ਜਾਖੜ ਨੇ ਇਹ ਗੱਲ ਤਾਂ ਸਪਸ਼ਟ ਨਹੀਂ ਨਾ ਕੀਤੀ ਵੀ ਜੇ
ਜੇ ਕੈਪਟਨ ਸੰਦੀਪ ਸੰਧੂ ਨੇ ਰਾਤ ਨੂੰ ਫੋਨ ਕਰਕੇ ਪ੍ਰਗਟ ਸਿੰਘ ਐਮਐਲਏ ਨੂੰ ਧਮਕਾਇਆ ਆ, ਮੀਡੀਆ ਦੇ ਵਿੱਚ ਉਹਨੇ ਪ੍ਰੈਸ ਕਾਨਫਰੰਸ ਕੀਤੀ ਆ, ਤੇ ਕੀ ਫਿਰ ਜੇ ਉਹ ਕਹਿ ਰਿਹਾ ਕਿ ਪੰਜਾਬ ਦੀ ਨੌਜਵਾਨਾਂ ਦੇ ਆਦਰਸ਼ ਹਨ, ਆਈਕਨ ਹਨ ਪ੍ਰਗਟ ਸਿੰਘ, ਤੇ ਪ੍ਰਗਟ ਸਿੰਘ ਤੇ ਪਾਰਟੀ ਨੂੰ ਮਾਣ ਆ, ਪਾਰਟੀ ਦੇ ਲੀਡਰ ਆ, ਤੇ ਫਿਰ ਇਹ ਗੱਲ ਤਾਂ ਫਿਰ ਕਲੀਅਰ ਕਰਨੀ ਪਊਗੀ ਨਾ ਵੀ ਜੇ ਸੰਦੀਪ ਸੰਧੂ ਫਿਰ ਨੇ ਫੋਨ ਨਹੀਂ ਕੀਤਾ ਕਿ ਜਾਂ ਪ੍ਰਗਟ ਸਿੰਘ ਝੂਠ ਬੋਲ ਰਿਹਾ। ਬਿਲਕੁਲ। ਜਾਂ ਤਾਂ ਫਿਰ ਉੱਥੇ ਸੁਨੀਲ ਜਾਖੜ ਜੀ ਨੂੰ ਇਹ ਕਰਨਾ ਚਾਹੀਦਾ ਸੀਗਾ ਵੀ ਜੇ ਉਹ ਇਹ ਕਹਿ ਰਿਹਾ ਵੀ ਸੰਦੀਪ ਸੰਧੂ ਨੇ ਕਹਿਤਾ ਜੀ ਮੈਂ ਕੋਈ ਫੋਨ ਨਹੀਂ ਕੀਤਾ, ਇਹਦਾ ਮਤਲਬ ਫਿਰ ਪ੍ਰਗਟ ਸਿੰਘ ਜੇ ਲੋਕਾਂ ਦਾ, ਨੌਜਵਾਨਾਂ ਦਾ ਆਈਕਨ ਆ, ਤੇ ਫਿਰ ਉਹ ਝੂਠ ਬੋਲ ਰਿਹਾ। ਇਹ ਗੱਲਾਂ ਤਾਂ ਕਲੀਅਰ ਹੋਣਗੀਆਂ ਨਾ। ਇਹ ਗੱਲਾਂ ਜੇ ਪ੍ਰਗਟ ਸਿੰਘ ਓਪਨਲੀ ਸਰਕਾਰ ਦੇ ਜਾਂ ਕੈਪਟਨ ਸਾਹਿਬ ਦੇ ਨਾਂ ਖਿਲਾਫ ਬੋਲਦਾ ਤੇ ਸਾਰਾ ਕੁਝ ਚੱਲੀ ਜਾਂਦਾ ਸੀਗਾ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਇਹ ਪੰਜਾਬ ਦੀਆਂ ਤਸਵੀਰਾਂ ਬਣ ਰਹੀਆਂ, ਲੋਕਾਂ ਦੇ ਵਿੱਚ ਜਾਂ ਜਿਹੜੇ ਰਾਜਨੀਤੀ ਸੋਚ ਸਮਝ ਰੱਖਣ ਵਾਲੇ ਲੋਕ ਆ ਸਵਲੀਨ ਜੀ, ਉਹਨਾਂ ਦੇ ਵਿੱਚ ਇੱਕ ਗੱਲ ਚੱਲ ਰਹੀ ਆ ਕਿ ਜਿਸ ਤਰ੍ਹਾਂ ਦੇ 10 ਸਾਲ ਦੇ ਰਾਜ ਵਿੱਚ ਬਾਦਲ ਸਰਕਾਰ ਨੇ ਆਪਣੀ ਛਵੀ ਲੋਕਾਂ 'ਚ ਪੇਸ਼ ਕੀਤੀ ਸੀ, ਉਹ ਤੋਂ ਤੰਗ ਹੋ ਕੇ ਲੋਕਾਂ ਨੇ ਕੈਪਟਨ ਸਰਕਾਰ ਨੂੰ ਸੱਤਾ ਦੇ ਵਿੱਚ ਲਿਆਂਦਾ ਸੀ। ਪਰ 4.5 ਸਾਲ ਦਾ ਸਮਾਂ ਹੋਣ ਜਾ ਰਿਹਾ ਜਾਂ ਹੋ ਗਿਆ ਆ, ਤੇ ਇਹਦੇ ਵਿੱਚ ਲੋਕਾਂ ਨੇ ਜੋ ਸੋਚ ਕੇ ਸਰਕਾਰ ਬਦਲੀ ਸੀ, ਲੋਕਾਂ ਦੀਆਂ ਆਸਾਂ ਨੂੰ ਕੋਈ ਫਲ ਨਹੀਂ ਪਿਆ। ਤੇ ਹੁਣ ਵੀ ਲੋਕ ਜਿਹੜੇ ਜਾਣਕਾਰ ਆ ਰਾਜਨੀਤੀ ਤੋਂ ਇਹੀ ਕਰ ਰਹੇ ਆ ਕਿ ਜਿਹੜੀ ਇਹ ਕਾਂਗਰਸ ਦੀ ਫੁੱਟ ਆ, ਜਿਹੜੀ ਕਾਂਗਰਸ ਦੀ ਲੜਾਈ ਆ, ਜਿਹੜੀ ਆਪਸੀ ਕਾਟੋ ਕਲੇਸ਼ ਕਾਂਗਰਸ ਦਾ ਆ, ਉਹ ਸੱਤਾ ਜਿਹੜੀ ਆ ਇਸ ਵੇਲੇ ਥਾਲੀ ਦੇ ਵਿੱਚ ਰੱਖ ਕੇ ਅਕਾਲੀ ਦਲਾਂ ਨੂੰ ਆਪ ਧੱਕ ਰਿਹਾ ਆ। ਚਾਹੇ ਕਿ ਲੋਕਾਂ ਦਾ ਇਸ ਵੇਲੇ ਜਿਹੜਾ ਲੋਕਾਂ ਦਾ ਮਨ ਆ ਉਹ ਤਾਂ ਹਜੇ ਕਿਸੇ ਨੇ ਪੜ੍ਹਿਆ ਨਹੀਂਗਾ, ਪਰ ਇਹਨਾਂ ਦੀ ਜਿਹੜੀ ਆਪਣੀ ਲੜਾਈ ਆ ਉਹ ਜਿਹੜੀ ਆ ਸੱਤਾ ਨੂੰ, ਬਾਦਲ ਦਲ ਨੂੰ ਦੁਬਾਰਾ ਲਿਆਉਣ ਲਈ ਆਪ ਪੁਕਾਰ ਰਹੀ ਆ, ਆਪ ਸੱਦ ਰਹੀ ਆ। ਜੇਕਰ ਇਸ ਪਾਰਟੀ ਦਾ ਥੋੜੇ ਸਮੇਂ ਦੇ ਵਿੱਚ ਕੋਈ ਇਹਨਾਂ ਦੀ ਜਿਹੜੀ ਲੜਾਈ ਝਗੜਾ ਚੱਲ ਰਿਹਾ ਵੱਖ-ਵੱਖ ਮੰਤਰੀਆਂ ਦਾ, ਵੱਖ-ਵੱਖ ਐਮਐਲਏ ਦਾ, ਤੇ ਜੇ ਕੋਈ ਇਹਦਾ ਨਹੀਂ ਹੱਲ ਹੁੰਦਾ ਤੇ ਫਿਰ ਕਹਿੰਦੇ ਹੁੰਦੇ ਆ ਬਈ ਪਹਿਲੇ ਨਾਲੋਂ ਹੁਣ ਵਾਲੇ ਨਾਲੋਂ ਤਾਂ ਪਹਿਲਾਂ ਚੰਗਾ, ਤੇ ਲੋਕਾਂ ਨੇ ਫਿਰ ਆਪਣਾ ਕੋਈ ਨਵਾਂ ਘਰ ਤਾਂ ਜ਼ਰੂਰ ਦੇਖਣਾ ਆ। ਤੇ ਇਹ ਜਿਹੜੀ ਇਸ ਵੇਲੇ ਕਾਟੋ ਕਲੇਸ਼ ਆ, ਉਹਦਾ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋ ਰਿਹਾ, ਕਿਉਂਕਿ ਪੰਜਾਬ ਇਸ ਵੇਲੇ ਮਹਾਮਾਰੀ ਨਾਲ ਜੂਝ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਇਸ ਵੇਲੇ ਕਣਕ ਦੇ ਅਖੀਰਲੇ ਦਿਨਾਂ ਦੇ ਵਿੱਚ ਕਿਸਾਨਾਂ ਦੀ ਬਹੁਤ ਵੱਡੇ ਪੱਧਰ ਤੇ ਖੱਜਲ ਖੁਆਰੀ ਹੋਈ ਆ, ਤੇ ਇਹ ਆਉਣ ਵਾਲੇ ਜਿਹੜੀ ਫਸਲ ਝੋਨੇ ਦੀ ਆ, ਜਿਹੜੀ ਚੌਲਾਂ ਦੀ ਜਿਹੜੀ ਫਸਲ ਚੱਕੀ ਜਾਣੀ ਆ, ਉਹਦੇ ਵਿੱਚ ਜਿਹੜੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਫਿਗਰਾਂ ਦੇ ਕੇ ਦੱਸਿਆ ਜਾ ਰਿਹਾ ਵੀ ਅਕਲ ਕੇਂਦਰ ਸਰਕਾਰ ਨੇ ਪੰਜਾਬ ਨੂੰ ਆਉਣ ਵਾਲੇ ਝੋਨੇ ਦੇ ਫਸਲ ਚੱਕਣ ਲੱਗਿਆਂ ਦੇਣੀ ਆ, ਕਿਉਂਕਿ ਪੰਜਾਬ ਨੇ ਬੀਜੇਪੀ ਦੇ ਖਿਲਾਫ ਇੱਕ ਪੂਰੇ ਭਾਰਤ ਵਿੱਚ ਇੱਕ ਉਹਨਾਂ ਦੇ ਵਿਰੋਧ ਦਾ ਮੁੱਢ ਬੰਨਿਆ ਆ। ਉਹ ਜਿਹੜੀ ਉਹਨਾਂ ਦੇ ਖਿਲਾਫਤ ਲਹਿਰ ਚੱਲ ਰਹੀ ਆ, ਉਹਦਾ ਮੋਢੀ, ਉਹਦਾ ਜਨਮਦਾਤਾ ਪੰਜਾਬ ਦਾ ਕਿਸਾਨ ਬਣਿਆ ਆ। ਤਾਂ ਹੀ ਸਾਰੇ ਦੇਸ਼ ਦੇ ਵਿੱਚ ਇਸ ਵੇਲੇ ਬੀਜੇਪੀ ਦੇ ਲੋਕ ਵਿਰੋਧ 'ਚ ਬੈਠੇ ਆ। ਇਹਦਾ ਜਿਹੜਾ ਅਸਰ ਹੋਣਾ ਆ ਇਸ ਕਿਸਾਨੀ ਅੰਦੋਲਨ ਦਾ, ਉਹ ਜਿੱਤ ਕੇ ਆਂਦੇ ਹਾਰ ਕੇ ਆਂਦੇ ਇੱਕ ਅਲੱਗ ਵਿਸ਼ਾ, ਉਹ ਸਾਲ ਵਿੱਚ ਬੈਠਦੇ ਆ, ਉਹ 2 ਸਾਲ ਬੈਠਦੇ ਆ, ਉਹ ਕਿੰਨਾ ਚਿਰ ਆਪਣੀ ਜਿੱਤ ਨੂੰ ਲੈ ਕੇ ਉੱਥੇ ਆਸਵੰਦ ਹੋ ਕੇ ਬੈਠੇ ਆ, ਉਹ ਇੱਕ ਅਲੱਗ ਵਿਸ਼ਾ। ਪਰ ਜਿਹੜਾ ਉਹਨਾਂ ਦੇ ਬੀਜੇਪੀ ਦੇ ਵੱਡੇ ਇੱਕ ਅਕਸ਼ ਦੇ ਉੱਤੇ ਸਵਾਲ ਖੜਾ ਕਰਕੇ ਹਾਸ਼ੀਏ ਤੇ ਖੜਾ ਕਰ ਦਿੱਤਾ ਪੂਰੇ ਦੇਸ਼ ਦੇ ਵਿੱਚ ਵੀ ਬੀਜੇਪੀ ਲੋਕ ਵਿਰੋਧੀ ਆ ਤੇ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਭੁਗਤਣ ਵਾਲੀ ਸਰਕਾਰ ਆ, ਤੇ ਇਸ ਮੁੱਢ ਦਾ ਖਮਿਆਜਾ ਜਿਹੜਾ ਆਉਣ ਵਾਲੀ ਜਿਹੜੀ ਝੋਨੇ ਦੀ ਫਸਲ ਆ ਉੱਥੇ ਕਿਸਾਨਾਂ ਨੂੰ, ਪੰਜਾਬ ਦਿਆਂ ਨੂੰ ਭੁਗਤਣਾ ਪੈਣਾ ਹੈ। ਇਹ ਆਉਣ ਵਾਲੇ ਸਮੇਂ ਦੇ ਵਿੱਚ ਅਸਾਰ ਬਿਲਕੁਲ ਦਿਸ ਵੀ ਰਹੇ ਤਾਂ ਬਣ ਵੀ ਰਹੇ। ਹਾਂਜੀ ਸਵਲੀਨ ਜੀ, ਵਿਚਾਰ ਚਰਚਾ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬਿਲਕੁਲ ਸਾਹਿਬ, ਪੰਜਾਬ ਵਿੱਚ ਕਾਂਗਰਸ, ਬਾਦਲ ਦਲ ਤੇ ਭਾਜਪਾ ਨੂੰ ਟੱਕਰ ਦੇਣ ਵਾਲਾ ਇੱਕ ਨਵਾਂ ਦਲ ਬਣ ਗਿਆ। ਉਹਦੇ ਬਾਰੇ ਵਿਸਥਾਰ 'ਚ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ। ਸਵਲੀਨ ਜੀ, ਗੱਲ ਇਸ ਤਰ੍ਹਾਂ ਆ ਕਿ ਜਿਹੜਾ ਉੱਤਰ ਕਾਟੋ ਮੇਰੀ ਵਾਰੀ ਦਾ ਜਿਹੜਾ ਮਿੱਥ ਤੋੜਨ ਲਈ ਵਾਰੀ ਯਤਨ ਪੰਜਾਬ 'ਚ ਹੋਏ ਆ, ਚਾਹੇ ਉਹ ਆਪਾਂ ਬਲਵੰਤ ਸਿੰਘ ਰਾਮੂ ਵਾਲੀਆਂ ਦੀ ਲੋਕ ਭਲਾਈ ਪਾਰਟੀ ਤੋਂ ਸ਼ੁਰੂ ਕਰ ਲਈਏ ਗੱਲ, ਤੇ ਚਾਹੇ ਉਹ ਆਪਾਂ ਸੁਖਪਾਲ ਖਹਿਰਾ ਦੀ ਪਾਰਟੀ ਤੋਂ ਕਰ ਲਈ, ਜਿਹੜਾ ਇੱਕ ਪੀਡੀਏ ਬਣਾ ਕੇ ਪਿਛਲੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਵੀ ਲੜਾਈ ਲੜੀ ਸੀ, ਚਾਹੇ ਮਨਪ੍ਰੀਤ ਦੀ ਜਿਹੜੀ ਪੀਪਲ ਪਾਰਟੀ ਪੰਜਾਬ ਬਣੀ ਸੀਗੀ ਉੱਥੋਂ ਦੇਖ ਲਈਏ। ਪਰ ਹਜੇ ਤੱਕ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕੋਈ ਤੀਜਾ ਬਦਲ ਜਿਹੜਾ ਆ ਉਹ ਹਜੇ ਤੱਕ ਕਿਸੇ ਤਰ੍ਹਾਂ ਕਾਮਯਾਬ ਹੁੰਦਾ ਨਜ਼ਰ ਨਹੀਂ ਆਇਆ। ਭਾਵੇਂ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ ਆਪਣੀਆਂ ਵੱਡੀਆਂ ਜਿੱਤਾਂ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਲਹਿਰ ਇੱਦਾਂ ਦੀ ਪੈਦਾ ਕੀਤੀ ਸੀਗੀ ਵੀ ਜਿਹਦੇ ਵਿੱਚ ਲੱਗ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਕੋਈ ਤੀਜੀ ਧਿਰ ਵੀ ਲੋਕਾਂ ਨੂੰ ਪ੍ਰਵਾਨਿਤ ਹੋਊਗੀ। ਪਰ ਉਹ ਕਹਿੰਦੇ ਹੁੰਦੇ ਆ ਵੀ ਉਹ ਗੱਲ ਵੀ ਨਹੀਂ ਬਣੀ, ਤੇ ਜਿਹੜੇ ਉਹਨਾਂ ਦੇ ਜਿੱਤੇ 20 ਦੇ 20 ਮੁੱਖ ਮੰਤਰੀ ਜਿੱਤੇ
ਜਦੋਂ ਉਹਨਾਂ ਦੇ 20 ਦੇ 20 ਮੁੱਖ ਮੰਤਰੀ ਜਿੱਤੇ ਤੇ ਉਹ ਆਪਸ ਵਿੱਚ ਵੀ ਕਹਿੰਦੇ ਹੁੰਦੇ ਆ ਵੀ ਕਾਟੋ ਕਲੇਸ਼ ਹੀ ਇੰਨਾ ਸੀਗਾ ਕਿ ਉਹਨਾਂ ਦੇ ਵੀ 2-2 3-3 ਧੜੇ ਬਣਦੇ ਰਹੇ। ਅਜੇ ਤੱਕ ਤਾਂ ਉਹਨਾਂ ਦਾ ਨਹੀਂ ਪਤਾ ਲੱਗਾ ਵੀ ਉਹਨਾਂ ਚੋਂ ਬਾਗੀ ਕਿਹੜੇ, ਉਹਨਾਂ ਦੇ ਆਪਣੇ ਕਿਹੜੇ ਆ, ਤੇ ਉਹਨਾਂ ਦੇ ਨਿਸ਼ਾਨ ਤੇ ਜਿੱਤੇ ਹੋਏ ਐਮਐਲਏ ਇਸ ਵੇਲੇ ਕੁਰਸੀਆਂ ਤੇ ਕਿੱਦਾਂ ਬਣੇ ਬੈਠੇ ਆ, ਜਦ ਕਿ ਉਹਨਾਂ ਤੇ ਅਸਤੀਫੇ ਜਿਹੜੇ ਆ ਉਹਨਾਂ ਦੇ ਹਜੇ ਤੱਕ ਪ੍ਰਵਾਨ ਨਹੀਂ ਹੋਏ। ਇਹ ਰਾਜਨੀਤੀ ਦਾ ਜਿਹੜਾ ਕਾਲਾ ਮਾਲਾ ਆ, ਇਹ ਸਾਰਾ ਰਲ ਮਿਲ ਕੇ ਖੇਡਿਆ ਜਾਂਦਾ ਆ। ਤੇ ਆਪਾਂ ਜੇ ਗੱਲ ਕਰੀਏ ਹੁਣ ਜਿਹੜੀ ਪੰਜਾਬ ਦੀ ਜਿਹੜੀ ਚੌਥੀ ਪੰਜਵੀਂ ਜਾਂ ਧਿਰ ਬਣਦੀ ਦਿਸਦੀ ਆ, ਉਹਦੇ ਵਿੱਚ ਆਪਾਂ ਜੇ 1.5 ਸਾਲ ਪਿੱਛੇ ਨੂੰ ਨਿਗਾਹ ਮਾਰੀਏ ਤਾਂ ਏਦਾਂ ਦਾ ਇੱਕ ਸਿਨੈਰੀਓ ਉੱਭਰ ਕੇ ਸਾਹਮਣੇ ਆ ਰਿਹਾ ਸੀ ਵੀ ਜਿਹੜੇ ਸੁਖਦੇਵ ਸਿੰਘ ਢੀਂਡਸਾ ਆ ਉਹ ਬੀਜੇਪੀ ਦੇ ਬਹੁਤ ਜ਼ਿਆਦਾ ਦਿੱਲੀ ਦੇ ਵਿੱਚ ਨੇੜਤਾ ਰੱਖਦੇ ਆ, ਤੇ ਜਿਹੜਾ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਵਿਰੋਧ ਕੀਤਾ ਆ ਤੇ ਉਹਦੇ ਪਿੱਛੇ ਕਿਤੇ ਨਾ ਕਿਤੇ ਬੀਜੇਪੀ ਦਾ ਹੱਥ ਆ, ਜਾਂ ਬੀਜੇਪੀ ਦੇ ਲੀਡਰ ਜਿਹੜੇ ਆ ਉਹਨੂੰ ਪੰਜਾਬ ਵਿੱਚ ਸੁਖਦੇਵ ਸਿੰਘ ਢੀਂਡਸਾ ਦਾ ਇੱਕ ਧੜਾ ਉਭਾਰ ਕੇ ਤੇ ਇਹ ਸੁਖਬੀਰ ਬਾਦਲ ਗਰੁੱਪ ਨੂੰ ਉਹ ਥੱਲੇ ਲਾ ਕੇ 2022 ਦੀ ਇਲੈਕਸ਼ਨ ਜਿਹੜੀ ਆ ਉਹ ਪੰਜਾਬ ਦੇ ਵਿੱਚ ਸਹਿਯੋਗੀ ਦਲ ਬਣ ਕੇ ਇਹਨਾਂ ਦੇ ਨਾਲ ਉਹ ਲੜਨਾ ਚਾਹੁੰਦਾ। ਕਿਉਂਕਿ ਮੋਦੀ ਦੀ ਕਿਸਾਨੀ ਅੰਦੋਲਨ ਤੋਂ ਪਹਿਲਾਂ ਇਦਾਂ ਦੀ ਇੱਕ ਛਵੀ ਬਣ ਚੁੱਕੀ ਸੀ ਵੀ ਜਿੱਥੇ ਮਤਲਬ ਮੋਦੀ ਦੇ ਨਾਂ ਤੇ ਇਲੈਕਸ਼ਨ ਲੜੀ ਜਾਊਗੀ, ਉੱਥੇ ਜਿਹੜੀ ਸਰਕਾਰ ਆ ਬੀਜੇਪੀ ਦੀ, ਚਾਹੇ ਸਹਿਯੋਗੀ ਨੂੰ ਨਾਲ ਰਲਾ ਕੇ ਆਵੇ ਚਾਹੇ ਸਿੱਧੀ ਆਵੇ। ਆਪਾਂ ਹਰਿਆਣੇ 'ਚ ਵੀ ਦੇਖਿਆ, ਯੂਪੀ 'ਚ ਵੀ ਦੇਖਿਆ, ਹੋਰ ਸਟੇਟਾਂ 'ਚ ਵੀ ਸਾਰੀਆਂ 'ਚ ਆਪਾਂ ਦੇਖਿਆ। ਤੇ ਉਹ ਜਦੋਂ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋ ਗਿਆ, ਉਹ ਬੀਜੇਪੀ ਵਾਲਾ ਤਾਂ ਜਿਹੜਾ ਉਹ ਗੱਲਬਾਤ ਦਾ ਜਿਹੜਾ ਮੋਦੀ ਫੈਕਟਰ ਸੀਗਾ ਉਹਦਾ ਤਾਂ ਪੰਜਾਬ 'ਚੋਂ ਪੱਤਾ ਹੀ ਸਾਫ਼ ਹੋ ਗਿਆ। ਹੁਣ ਵੀ ਆਪਾਂ ਦੇਖਦੇ ਹਾਂ ਕਿ ਪੰਜਾਬ ਹੀ ਇੱਕ ਇਦਾਂ ਦਾ ਸੂਬਾ ਬਚਿਆ ਜਿੱਥੇ ਬੀਜੇਪੀ ਦੇ ਲੀਡਰ ਆਪਣੇ ਘਰੋਂ ਬਾਹਰ ਨਿਕਲ ਕੇ ਕਿਤੇ ਨਾ ਉਹ ਕਿਸੇ ਦੀ ਗਮੀ 'ਚ ਨਾ ਖੁਸ਼ੀ 'ਚ ਨਾ ਕਿਸੇ ਫੰਕਸ਼ਨ 'ਚ ਜਾ ਸਕਦੇ ਆ। ਪਹਿਲਾਂ ਟਰਾਈ ਕਰਕੇ ਦੇਖੀ ਜਦੋਂ ਕਿਸਾਨਾਂ ਨੇ ਬਹੁਤ ਵੱਡੇ ਪੱਧਰ ਤੇ ਵਿਰੋਧ ਕੀਤਾ, ਭਾਵੇਂ ਕਿ ਉਹ ਕਾਂਗਰਸ ਤੇ ਇਲਜ਼ਾਮ ਲਾਉਂਦੇ ਰਹੇ ਕਿ ਕਾਂਗਰਸ ਦੀ ਸ਼ਹਿ ਦੇ ਨਾਲ ਸਾਡੇ ਲੀਡਰਾਂ ਦਾ ਜਿਹੜਾ ਘਰਾਂ ਦੇ ਵਿੱਚ ਬੰਦ ਹੋਇਆ ਵੀ ਸਾਨੂੰ ਕਿਤੇ ਪਬਲਿਕ ਫੰਕਸ਼ਨਾਂ ਤੇ ਨਹੀਂ ਜਾਣ ਦਿੱਤਾ ਜਾ ਰਿਹਾ। ਪਰ ਕਿਸਾਨਾਂ ਨੇ ਨਰੋਲ ਕਿਸਾਨੀ ਦੇ ਮੁੱਦੇ ਤੇ ਬੀਜੇਪੀ ਦਾ ਪੰਜਾਬ ਦੇ ਵਿੱਚ ਪੂਰਾ ਵਿਰੋਧ ਕੀਤਾ ਜਾ ਰਿਹਾ। ਪਰ ਉਹ ਸਥਿਤੀ ਬਦਲਦੀ ਇਦਾਂ ਦੇ ਹਾਲਾਤ ਹੋ ਗਏ ਕਿ ਅੱਜ ਕੋਈ ਪਾਰਟੀ ਇਹ ਸੋਚੇ ਵੀ ਬੀਜੇਪੀ ਦੇ ਨਾਲ ਰਲ ਕੇ ਅਸੀਂ ਪੰਜਾਬ 'ਚ ਇਲੈਕਸ਼ਨ ਲੜਨੀ ਆ ਤੇ ਇਦੋਂ ਵੱਡੀ ਰਾਜਨੀਤਿਕ ਆਤਮ ਹੱਤਿਆ ਕੋਈ ਹੋ ਨਹੀਂ ਸਕਦੀ। ਜਿਹੜੇ ਬਹੁਤ ਜ਼ਿਆਦਾ ਨੇੜੇ ਚਲੇ ਗਏ ਸੀ ਉਹਨਾਂ ਨੂੰ ਵੀ ਅਖੀਰ ਇਸ ਗੱਲ ਦੇ ਬਿਆਨ ਦੇਣੇ ਪਏ ਕਿ ਬੀਜੇਪੀ ਨੇ ਜਿਹੜਾ ਕਿਸਾਨਾਂ ਦੇ ਵਿਰੋਧ ਵਿੱਚ ਜਿਹੜੇ ਬਿੱਲ ਪਾਸ ਕੀਤੇ ਆ ਅਸੀਂ ਉਹਦੀ ਨਿੰਦਾ ਕਰਦੇ ਹਾਂ। ਹੁਣ ਬੀਜੇਪੀ ਦੀਆਂ ਨੀਤੀਆਂ ਦੀ ਜਿਹੜਾ ਬੰਦਾ ਨਿੰਦਾ ਕਰਨ ਵਾਲਾ ਆ ਤੇ ਉਹ ਇਸ ਵੇਲੇ ਪੰਜਾਬ 'ਚ ਬੀਜੇਪੀ ਨਾਲ ਰਲ ਕੇ ਤਾਂ ਚੱਲ ਨਹੀਂ ਸਕਦਾ, ਤੇ ਇਸ ਕਰਕੇ ਬੀਜੇਪੀ ਹਾਸ਼ੀਏ ਤੋਂ ਪੰਜਾਬ ਦੇ ਤੋਂ ਰਾਜਨੀਤਿਕ ਤੋਂ 2022 ਦੀ ਇਲੈਕਸ਼ਨ 'ਚ ਬਾਹਰ ਹੁੰਦੀ ਨਜ਼ਰ ਆ ਰਹੀ ਆ। ਪਰ ਇੱਕ ਫੈਕਟ ਸਵਲੀਨ ਜੀ ਬਹੁਤ ਵੱਡਾ ਆ ਪੰਜਾਬ ਦੀ ਰਾਜਨੀਤੀ, ਬੀਜੇਪੀ ਅਕਾਲੀ ਦਲ ਤੋਂ ਬੜੇ ਲੰਬੇ ਸਮੇਂ ਬਾਅਦ ਵੱਖਰਾ ਹੋ ਕੇ 22 ਦੀ ਇਲੈਕਸ਼ਨ ਲੜੂਗੀ। ਤੇ ਉਸ ਤੋਂ ਵੱਡੀ ਇੱਕ ਗੱਲ ਇਹ ਆ ਵੀ ਉਹ ਆਪ ਚਾਹੇ ਜਿੱਤਣ ਚਾਹੇ ਨਾ ਜਿੱਤਣ, ਪਰ ਪੰਜਾਬ ਦੇ ਬਹੁਤ ਵੱਡੇ ਸ਼ਹਿਰੀ ਖੇਤਰ ਹਲਕੇ ਤਾਂ ਜਾਂ ਆਪਾਂ ਕੰਡੀ ਦਾ ਜਿਹੜਾ ਪਠਾਨਕੋਟ ਏਰੀਆ, ਗੁਰਦਾਸਪੁਰ ਏਰੀਆ ਦਾ ਉੱਪਰਲਾ ਹਿੱਸਾ ਲਾਈਏ, ਬੀਜੇਪੀ ਦਾ ਕੇਡਰ ਅੱਜ ਵੀ ਭਾਵੇਂ ਚੁੱਪ ਜ਼ਰੂਰ ਬੈਠਾ ਆ, ਪਰ ਉਹ ਕਿਸੇ ਦੀ ਆਪਣੀ ਜਿੱਤ ਦੀ ਸਥਿਤੀ ਵਿੱਚ ਹੈ ਜਾਂ ਨਹੀਂ ਹੈ, ਪਰ ਕਿਸੇ ਨੂੰ ਹਰਾਉਣ ਦੀ ਸਮਰੱਥਾ ਬੀਜੇਪੀ ਦਾ ਕੇਡਰ ਅੱਜ ਵੀ ਰੱਖਦਾ। ਲੋਕਾਂ 'ਚ ਗੱਲ ਪਹਿਲਾਂ ਵੀ ਚੱਲਦੀ ਰਹੀ ਸੀ ਵੀ ਜਦੋਂ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਵਾਰ 2017 'ਚ ਹੋ ਰਿਹਾ ਸੀ ਵੀ ਜਦੋਂ ਦੇਖ ਲਿਆ ਵੀ ਇਸ ਵੇਲੇ ਨਾ ਅਕਾਲੀ ਸਰਕਾਰ ਆ ਰਹੀ ਆ ਤੇ ਨਾ ਬੀਜੇਪੀ ਦਾ ਕੋਈ ਜਿੱਤ ਰਿਹਾ ਆ, ਤੇ ਬੀਜੇਪੀ ਦਾ ਅੰਦਰ ਦੀ ਖਾਤਰ ਵੋਟਰ ਜਿਹੜਾ ਸੀਗਾ ਉਹ ਬੀਜੇਪੀ ਨੇ ਕਾਂਗਰਸ ਨੂੰ ਟਰਾਂਸਫਰ ਕਰਾਇਆ। ਇਹ ਗੱਲਾਂ ਹੈ ਜਾਂ ਨਹੀਂ ਹੈ ਉਹ ਇੱਕ ਅਲੱਗ ਵਿਸ਼ਾ ਆ, ਪਰ ਬੀਜੇਪੀ ਦਾ ਜਿਹੜਾ ਵੋਟਰ ਆ ਉਹ ਅੱਜ ਵੀ ਕਿਸੇ ਨੂੰ ਹਰਾਉਣ ਦੇ ਵਿੱਚ ਆਪਣੀ ਸਮਰੱਥਾ ਰੱਖਦਾ, ਜਿੱਤਣ ਭਾਵੇਂ ਉਹ ਨਾ ਵੀ। ਹੁਣ ਗੱਲ ਕਰੀਏ ਰਣਜੀਤ ਸਿੰਘ ਬ੍ਰਹਮਪੁਰਾ ਜੀ ਦੀ ਤਾਂ ਸੁਖਦੇਵ ਸਿੰਘ ਢੀਂਡਸਾ ਜੀ ਦੀ, ਇਹਨਾਂ ਨੇ ਪਹਿਲਾਂ ਦੋਨਾਂ ਨੇ ਆਪੋ ਆਪਣੇ ਵੱਖਰੇ ਵੱਖਰੇ ਦਲ ਬਣਾਏ ਤੇ ਉਸ ਤੋਂ ਬਾਅਦ ਦਲ ਤੋਂ ਬਾਅਦ ਇਹਨਾਂ ਦੇ ਵਿੱਚ ਗੱਲਬਾਤ ਚੱਲਦੀ ਰਹੀ ਕਿ ਆਪਾਂ ਇਕੱਠੇ ਹੋ ਕੇ ਚੱਲੀਏ। ਇਸ ਗੱਲ ਨੂੰ ਵੀ ਤਕਰੀਬਨ ਲਗਭਗ ਸਾਲ ਦਾ ਸਮਾਂ ਹੋ ਗਿਆ। ਪਰ ਕਾਫੀ ਮੀਟਿੰਗਾਂ ਤੋਂ ਬਾਅਦ ਵਿੱਚ ਪੀਰ ਮੁਹੰਮਦ ਜੀ ਸੀਗੇ, ਸੁਖਦੇਵ ਸਿੰਘ ਢੀਂਡਸਾ ਸੀ, ਪਰਮਿੰਦਰ ਢੀਂਡਸਾ ਸੀਗਾ, ਤੇ ਇਹ ਸਾਰੇ ਲੀਡਰਾਂ ਨੇ ਇੱਕ ਰਲ ਕੇ ਕੋਸ਼ਿਸ਼ ਕੀਤੀ ਆ ਕਿ ਆਪਣਾ ਜਿਹੜਾ ਅਕਾਲੀ ਦਲ ਦਾ ਇਕੱਠ ਹੋ ਜਾਵੇ, ਜਿਹਦੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਜਿਹੜਾ ਬਣਾ ਕੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਇਸ ਵੇਲੇ ਉਹਦਾ ਸਰਪ੍ਰਸਤ ਬਣਾਇਆ ਗਿਆ ਆ ਤੇ ਸੁਖਦੇਵ ਸਿੰਘ ਢੀਂਡਸਾ ਜਿਹੜੇ ਆ ਉਹਦੇ ਪ੍ਰਧਾਨ ਬਣ ਕੇ ਇਹ ਚਲਾਉਣਗੇ। ਹੁਣ ਬਦਲ ਇਹ ਦੇ ਪਾਉਂਦੇ ਆ ਜਾਂ ਨਹੀਂ ਦੇ ਪਾਉਂਦੇ, ਇਹ ਤਾਂ ਆਉਣ ਵਾਲਾ ਸਵਲੀਨ ਜੀ ਸਮਾਂ ਦੱਸੂਗਾ। ਪਰ ਕਹਿ ਸਕਦੇ ਆ ਕਿ ਚਲੋ ਇੱਕ ਸ਼ੁਰੂਆਤ ਹੋਈ ਆ ਤੇ ਜਿੱਦਾਂ ਦੇ ਹਾਲਾਤ ਇਸ ਵੇਲੇ ਕਹਿ ਸਕਦੇ ਆ 2 ਮਹੀਨੇ ਪਹਿਲਾਂ ਤਾਂ ਇਦਾਂ ਦੇ ਸਵਲੀਨ ਜੀ ਲੱਗਦਾ ਸੀ ਵੀ ਜਿਸ ਤਰ੍ਹਾਂ ਕੈਪਟਨ ਸਰਕਾਰ ਨੇ ਕਿਸਾਨਾਂ ਦੀ ਕਾਫੀ ਮੁੱਦਿਆਂ ਦੇ ਵਿੱਚ ਮਦਦ ਕਹਿ ਦਈਏ ਜਾਂ ਕਿਸਾਨਾਂ ਨੂੰ ਕਿਸੇ ਗੱਲੋਂ ਕੋਈ ਜ਼ਿਆਦਾ ਸਖਤੀ ਨਹੀਂ ਵਰਤੀ, ਕਿਉਂਕਿ ਦਿੱਲੀ ਦੇ ਕਿਸਾਨ ਜਾਂਦੇ ਸੀ ਜਾਂ ਉੱਥੇ ਅੰਦੋਲਨ ਕਰਦੇ ਸੀਗੇ ਤੇ ਪੰਜਾਬ ਸਰਕਾਰ ਆਪਣੇ ਆਪ ਨੂੰ ਸੇਫ ਸਮਝ ਕੇ ਬੈਠੀ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਵੀ ਜਿਹੜੇ ਪੰਜਾਬ ਦੇ 2017 ਵਿੱਚ ਵਾਅਦੇ ਕੀਤੇ ਗਏ ਸੀ ਉਹਦੇ ਵੱਲ ਤਾਂ ਕਿਸੇ ਦਾ ਧਿਆਨ ਨਹੀਂ ਸੀਗਾ। ਪਰ ਜਿਉਂ ਹੀ ਜਿਵੇਂ ਬਰਗਾੜੀ ਮਸਲੇ ਨੂੰ ਲੈ ਕੇ ਹਾਈ ਕੋਰਟ ਵੱਲੋਂ
ਜਿਹੜੀ ਇੱਕ ਰਿਪੋਰਟ ਆ ਜਿਹੜੀ ਖਾਰਜ ਕੀਤੀ ਜਾਂਦੀ ਆ, ਤੇ ਉਸ ਦਿਨ ਤੋਂ ਹੀ ਏਦਾਂ ਦੇ ਹਾਲਾਤ ਪੈਦਾ ਹੋ ਗਏ ਵੀ ਜੇਕਰ ਇੱਕ ਪਾਰਟੀ ਇਹ ਬੇਅਦਬੀ ਮੁੱਦੇ ਦੇ ਵਿੱਚ ਦੋਸ਼ੀ ਸੰਗਤਾਂ ਵੱਲੋਂ ਮੰਨੀ ਜਾਂਦੀ ਸੀ, ਤੇ ਅਸੀਂ ਦੂਸਰੀ ਪਾਰਟੀ ਜਾਂ ਕਾਂਗਰਸ ਕਹਿ ਦਈਏ ਇਸ ਵੇਲੇ ਅਕਾਲੀ ਦਲ ਨੂੰ ਜਾਂ ਪਹਿਲੀ ਸਰਕਾਰ ਦੇ ਜਿਹੜੇ ਇਸ ਦੋਸ਼ੀ ਲੋਕਾਂ ਵੱਲੋਂ ਸਮਝੇ ਜਾਂਦੇ ਆ। ਲੋਕਾਂ ਨੂੰ ਸਾਰੇ ਸਿਨੈਰੀਓ ਦਾ ਪਤਾ ਆ, ਤਕਨੀਕੀ ਤੌਰ ਤੇ ਸੈੱਟ ਆ ਜਾਂ ਵੱਖ-ਵੱਖ ਕਮਿਸ਼ਨਾਂ ਵੱਲੋਂ ਜਾਂਚਾਂ ਕੀਤੀਆਂ ਗਈਆਂ, ਉਹ ਚਾਹੇ ਸਿਰੇ ਚੜ੍ਹਨ ਚਾਹੇ ਨਾ ਸਿਰੇ ਚੜ੍ਹਨ, ਪੰਜਾਬ ਦੀ ਜਨਤਾ ਨੂੰ, ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਸਵਲੀਨ ਜੀ ਪਤਾ ਆ ਵੀ ਇਹ ਬੇਅਦਬੀਆਂ ਕਿਹਦੇ ਕਹਿਣ ਤੇ ਹੋਈਆਂ, ਕਿਹਦੇ ਕਹਿਣ ਤੇ ਇਹ ਗੋਲੀਆਂ ਚੱਲੀਆਂ, ਕਿਹਦੇ ਕਹਿਣ ਤੇ ਨੌਜਵਾਨਾਂ ਦੀਆਂ ਉੱਥੋਂ ਮਤਲਬ ਸਤਨਾਮ ਵਾਹਿਗੁਰੂ ਜਾਪ ਕਰਦਿਆਂ ਦੀਆਂ ਜਦੋਂ ਗੋਲੀਬਾਰੀ ਹੁੰਦੀ ਆ ਤਾਂ ਉੱਥੇ ਮੌਤਾਂ ਹੋਈਆਂ, ਜਾਨਾਂ ਗਈਆਂ। ਪੰਜਾਬ ਦੇ ਲੋਕਾਂ ਨੂੰ ਪਤਾ ਆ। ਇਸ ਚੀਜ਼ ਨੂੰ ਜਿੰਨਾ ਮਰਜ਼ੀ ਟੈਕਨੀਕਲ ਮੁੱਦੇ ਤੇ ਘੁਮਾ ਫਿਰਾ ਕੇ ਇਹ ਪਿੱਛੇ ਪਾ ਦਿੱਤਾ ਜਾਵੇ, ਪਰ 2017 ਵਿੱਚ ਜਿੱਦਾਂ ਇੱਕ ਛਾਪ ਦਿਸੀ ਸੀ ਬੇਅਦਬੀ ਕਾਂਡ ਦੇ ਮਸਲੇ ਨੂੰ ਲੈ ਕੇ, ਜਿਹੜੀ ਸਰਕਾਰ ਦੀ ਗੈਰ ਗੰਭੀਰਤਾ, ਜਿਹਦੇ ਤੋਂ ਅੱਜ ਅਕਾਲੀ ਦਲ ਹਾਸ਼ੀਏ ਤੇ ਗਿਆ ਬੈਠਾ ਆ, ਇਹ ਜਿਹੜੀ ਛਾਪ ਆ ਜਾਂ ਇਹਦਾ ਪਰਛਾਵਾਂ ਅੱਜ 2022 ਦੀ ਇਲੈਕਸ਼ਨ 'ਚ ਵੀ ਪੈਣਾ ਬਹੁਤ ਵੱਡਾ ਸੰਭਵ ਆ, ਤੇ ਬਹੁਤ ਵੱਡਾ ਪਰਛਾਵਾਂ ਇਹ ਪਊਗਾ ਵੀ। ਹੁਣ ਚੌਥੇ ਧਿਰੇ ਦੀ ਗੱਲ ਇਸ ਤਰ੍ਹਾਂ ਆ ਵੀ ਜੇ ਤਾਂ ਕੋਈ ਸਿੱਧੂ ਗਰੁੱਪ ਜਿਸ ਤਰ੍ਹਾਂ ਦਾ ਉਹਦਾ ਕੋਈ ਪੰਜਾਬ ਦੇ ਵਿੱਚ ਜਾਂ ਪੰਜਾਬ ਕਾਂਗਰਸ ਵਿੱਚ ਇਸ ਵੇਲੇ ਕੋਈ ਉਹਨਾਂ ਦਾ ਦਾਲ ਗਲਦੀ ਨਹੀਂ ਦਿਸ ਰਹੀ ਕੈਪਟਨ ਧੜੇ ਦੇ ਨਾਲ, ਜੇ ਤਾਂ ਕੋਈ ਸਿੱਧੂ ਪ੍ਰਗਟ ਜਾਂ 1 2 3 ਹੋਰ ਜਿੰਨਾ ਵੀ ਇਹ ਕਾਂਗਰਸ ਦਾ ਇੱਕ ਕੈਪਟਨ ਤੋਂ ਨਾਰਾਜ਼ ਧੜਾ ਆ, ਉਹ ਕੋਈ ਆਪਣਾ ਵੱਖਰਾ ਹੋ ਕੇ ਫੈਸਲਾ ਲੈਂਦਾ ਆ, ਤੇ ਫਿਰ ਤਾਂ ਪੰਜਾਬ ਦੀ ਰਾਜਨੀਤੀ ਦਾ ਸਿਨੈਰੀਓ ਹੋਰ ਹੋਊਗਾ। ਸੁੱਚਾ ਸਿੰਘ ਛੋਟੇਪੁਰ ਆ, ਧਰਮਵੀਰ ਗਾਂਧੀ ਜੀ ਆ, ਸੁਖਪਾਲ ਖਹਿਰਾ ਜੀ ਆ, ਆਪਣੇ ਬੈਂਸ ਬ੍ਰਦਰ ਲੁਧਿਆਣੇ ਤੋਂ ਨੇ। ਜੇ ਤਾਂ ਇਹ ਸਾਰਾ ਜਿੱਦਾਂ PDA 2019 ਦੀ ਲੋਕ ਸਭਾ ਇਲੈਕਸ਼ਨ 'ਚ ਬਣਿਆ ਸੀਗਾ, ਇੱਦਾਂ ਦਾ ਕੋਈ PDA ਬਣਦਾ, ਮਤਲਬ ਕਹਿ ਸਕਦੇ ਇੱਕ ਸਾਂਝਾ ਗਰੁੱਪ ਬਣਦਾ, ਧੜਾ ਬਣਦਾ ਆ, ਫਿਰ ਤਾਂ ਕੋਈ ਆਪਾਂ ਇਹ ਜਿਹੜਾ ਚੌਥਾ ਗਰੁੱਪ ਆ ਇਹਦੀ ਕੋਈ ਆਸ ਲਾ ਸਕਦੇ ਆ। ਪਰ ਫਿਲਹਾਲ ਜਿਹੜੀ ਦੋ ਵੱਡੀਆਂ ਪਹਿਲੇ ਧੜੇ ਲੜਦੇ ਆਉਂਦੇ ਆ, ਹਾਲ ਦੀ ਘੜੀ ਉਹਨਾਂ ਵਿੱਚ ਹੀ ਲੜਾਈ ਬਣਦੀ ਦਿਸਦੀ ਆ। ਕਿਤੇ ਨਾ ਕਿਤੇ ਜੇਕਰ ਕੋਈ ਆਮ ਆਦਮੀ ਪਾਰਟੀ ਪੰਜਾਬ ਨੂੰ ਕੋਈ ਵਧੀਆ ਚਿਹਰਾ ਮੋਹਰਾ ਦਿੰਦੀ ਆ, ਤੇ ਇਹ ਸਮਰਪਿਤ ਪੰਜਾਬ ਨੂੰ ਹੋ ਕੇ ਇਲੈਕਸ਼ਨ ਲੜੀ ਜਾਂਦੀ ਆ, ਕਿਤੇ ਇਹ ਨਾ ਹੋਵੇ ਕਿ ਪਿਛਲੀ ਵਾਰ ਵਾਂਗ 20 ਦੇ 20 ਜੇ MLA ਜਿੱਤੇ ਤੋਂ 20 ਦੇ 20 ਇਹ ਕਰਕੇ ਵੀ ਅਸੀਂ ਮੁੱਖ ਮੰਤਰੀ ਜਿੱਤੇ ਸਾਰੇ, ਉਹਨਾਂ ਵਿੱਚ MLA ਨਹੀਂ ਕੋਈ ਜਿੱਤਿਆ, ਉਹ ਇਸੇ ਕਰਕੇ ਇੱਕ ਦੂਜੇ ਦਾ ਪਜਾਮਾ ਖਿੱਚਦੇ ਉਹ ਆਪਣੇ 20 ਵੀ ਨਹੀਂ ਇਕੱਠੇ ਰਹਿ ਸਕੇ। ਜੇ ਤਾਂ ਇਦਾਂ ਦੀ ਇਹ ਕੜੀ ਫੇਰ ਦੁਬਾਰਾ ਘੋਲਣਗੇ ਤਾਂ ਫਿਰ ਤਾਂ ਪੰਜਾਬ ਦਾ ਕਿਤੇ ਆਉਣ ਵਾਲੇ ਸਮੇਂ 'ਚ ਕੋਈ ਭਲਾ ਹੁੰਦਾ ਦਿਸਦਾ ਨਹੀਂ ਹੈਗਾ। ਜੇ ਵਿੱਚ ਆਪਾਂ ਦੇਖ ਲਈਏ ਕਿਸ ਦੀ ਰਾਜਨੀਤੀ ਨਾਲ ਸਹਿਮਤ ਨਾ ਹੋਣਾ ਇੱਕ ਅਲੱਗ ਵਿਸ਼ਾ ਆ, ਹਨਾ। ਵੀਰ ਦਵਿੰਦਰ ਸਿੰਘ ਆ, ਬੜੇ ਡਿਪਟੀ ਸਪੀਕਰ ਰਹੇ ਆ ਪੰਜਾਬ ਵਿਧਾਨ ਸਭਾ ਦੇ ਵਿੱਚ, ਤੇ ਉਸ ਤੋਂ ਬਾਅਦ ਆਪਾਂ ਜਗਮੀਤ ਸਿੰਘ ਬਰਾੜ ਹੋ ਗਏ, ਬਲਵੰਤ ਸਿੰਘ ਰਾਮੂਵਾਲੀਆ ਹੋ ਗਏ, ਸੁਖਪਾਲ ਖਹਿਰਾ ਹੋ ਗਏ, ਨਵਜੋਤ ਸਿੱਧੂ ਹੋ ਗਏ, ਜਾਂ ਆਪਾਂ ਪ੍ਰਗਟ ਸਿੰਘ ਰੱਖ ਲਈਏ, ਜਾਂ ਇਸ ਤਰ੍ਹਾਂ ਦੇ ਹੋਰ ਬਹੁਤ ਲੀਡਰ ਨੇ, ਧਰਮਵੀਰ ਗਾਂਧੀ ਜੀ ਹੋ ਗਏ, ਸੁੱਚਾ ਸਿੰਘ ਛੋਟੇਪੁਰ ਹੋ ਗਏ, ਬਹੁਤ ਲੀਡਰ ਹਨ ਇੱਦਾਂ ਦੇ ਜਿਹੜੇ ਹਜੇ ਤੱਕ ਕਿਸੇ ਵੀ ਪਾਰਟੀਆਂ ਦੇ ਵਿੱਚ ਉਹ ਫਿੱਟ ਬੈਠੇ ਨਹੀਂ, ਕਿਉਂਕਿ ਉਹ ਜਿੱਥੇ ਵੀ ਹੁੰਦੇ ਆ ਕਿਤੇ ਨਾ ਕਿਤੇ ਆਪਣੇ ਸੁਭਾਅ ਮੁਤਾਬਕ ਜਿਹੜੀ ਉਹ ਸਰਕਾਰਾਂ ਦੇ ਜਾਂ ਪਾਰਟੀਆਂ ਦੇ ਡਿਸਪਲਨ ਦੇ ਵਿੱਚੋਂ ਆਪਣੀ ਗੱਲ ਰੱਖਦੇ ਆ, ਤੇ ਉੱਥੋਂ ਸਮੇਂ-ਸਮੇਂ ਤੇ ਸਾਰੇ ਲੀਡਰ ਜਿੰਨਿਆਂ ਦੇ ਵੀ ਮੈਂ ਨਾਂ ਲਏ ਆ, ਇਹ ਸਾਰੀਆਂ ਪਾਰਟੀਆਂ ਤੋਂ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਦਾ ਰਸਤਾ ਜਾਂ ਆਪ ਹੀ ਦੇਖ ਗਏ ਜਾਂ ਪਾਰਟੀਆਂ ਨੇ ਇਹਨਾਂ ਨੂੰ ਖੁਦ ਦਿਖਾਤਾ। ਪਰ ਹੁਣ ਜ਼ਰੂਰਤ ਹੈ ਇਸ ਵੇਲੇ, ਜਿਨ੍ਹਾਂ ਨੂੰ 10 ਸਾਲ ਪਰਖ ਲਿਆ ਆ ਲੋਕਾਂ ਨੇ, ਨਾ ਉਹਨਾਂ ਦੀ ਜ਼ਰੂਰਤ ਆ, ਤੇ ਜਿਹੜੇ ਇਸ ਵੇਲੇ ਸੱਤਾ ਤੇ ਬਣੇ ਬੈਠੇ ਆ, ਲੋਕਾਂ ਦੇ ਦਿਮਾਗ ਵਿੱਚ ਉਹ ਵੀ ਇੱਕ ਗੱਲ ਘੁੰਮ ਰਹੀ ਆ ਕਿ ਅੱਜ ਵੀ ਜਿਹੜੀ ਸਰਕਾਰ ਆ ਉਹ ਬਾਦਲ ਦਲ ਦਾ ਬਚਾਅ ਕਰ ਰਹੀ ਆ ਜਾਂ ਬਾਦਲ ਦਲ ਨਾਲ ਰਲ ਕੇ ਚੱਲ ਰਹੀ ਆ। ਇਹ ਲੋਕਾਂ ਦੇ ਵਿੱਚ ਇੱਕ ਆਮ ਗੱਲ ਚੱਲਦੀ ਆ। ਹਾਂਜੀ ਸਵਲੀਨ ਜੀ, ਅੱਜ ਦੇ ਪ੍ਰੋਗਰਾਮ 'ਚ ਬਸ ਇੰਨਾ ਹੀ। ਬਿਲਗਾ ਸਾਹਿਬ, ਪ੍ਰੋਗਰਾਮ 'ਚ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ ਸਵਲੀਨ ਜੀ, ਬਹੁਤ-ਬਹੁਤ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।